के अंगद गुरु अमरदास पगबंद। रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुर नमो चरण अरबिंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कटहो निज बेरी परचार। एह बेरी होए भव सफल बिन बेरी कर पार। एक अंकारा सतगुरु तेह प्रसाद सच होए। वाहे गुरु जी की फतेह बिघन विनाशन सोए। एक अंकारा सतगुरु तेह प्रसाद सच होए। वाहे गुरु जी की फतेह बिघन विनाशन सोए। श्री वाहिगुरु साहिब जी। दोहरा। जो बुढ़े रामदास के ग्राम बिदत बहुदेश। तहाँ करत बिसराम कहो तिन कहो बंस अशेष। जो बुढ़े रामदास के धन धन सच्चे पातशाह। गरीब नवाज दीन दुनिया दे मालक चबर छत्र तखत दे मालक समरथ गुरु परतख गुरु। दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख सबरूप सच्चे पातशाह। दासां गरीबां सिखां सेवकां दे उपर किरपा करन वाले सदा ही दया करन वाले रहमतां बख्शिशां करन वाले धन धन सच्चे पातशाह गरीब नवाज मुकत भुगत जुगत दे दाते। धन धन सतगुरु गरीब नवाज जमतर जामी सच्चे पातशाह। धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार नाल आप सिख संगतां सच्चे पातशाह जी की कथा सुनन लई बैठे हो। दोवें हाथ जोड़ के गज के आखो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सच्चे पातशाह जी की कृपा हुई है। लड़ीवार कथा आपां श्री गुरप्रताप सूरज ग्रंथ की सरवण कर रहे हाँ। जदों इस ग्रंथ की कथा आरंभ हुई तो ग्रंथ लिखण का मुढ़ की बज्जा साध संगत जी ये आप जी ने सरवण किया है। हुण ये कथा सुनाई भाई राम कोयर जी ने ਸਿੰਘਾਂ ਨੂੰ। भाई साहब सिंह जी ਨੂੰ ਲਿਖਾਰੀ ਲਾਇਆ ਗਿਆ। ਉਹਨਾਂ ਪੋਥੀਆਂ ਨੂੰ ਕਾਵ ਰੂਪ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਜਦੋਂ ਭਾਈ ਸੰਤੋਖ ਸਿੰਘ ਜੀ ਇਹ ਕਥਾ ਲਿਖਣ ਲੱਗੇ ਤੇ ਸਾਧ ਸੰਗਤ ਜੀ ਸਰੋਤਿਆਂ ਨੇ ਭਾਈ ਸੰਤੋਖ ਸਿੰਘ ਜੀ ਨੂੰ ਆਖਿਆ ਵੀ ਭਾਈ ਸਾਹਿਬ ਗੁਰੂ ਸਾਹਿਬਾਨ ਦੀ ਜਿਹੜੀ ਕਥਾ ਹੈ ਤੇ ਬੜੀ ਲੰਮੀ ਚੱਲਣੀ ਹੈ ਤੇ ਤੁਸੀਂ ਕਿਰਪਾ ਕਰੋ ਤੇ ਪਹਿਲਾਂ ਭਾਈ ਰਾਮ ਕੋਇਰ ਜੀ ਦੀ ਕਥਾ ਸੁਣਾ ਦਿਓ। संगत जी हुण आपां भाई राम कोयर जी दे प्रसंग सरवण कर रहे हैं। पहला भाई संतोख सिंह जी लिखते हैं बाबा बुढ़ा साहब जी दे पुत्र जी का नाम सी बाबा भाना जी। बाबा भाना जी दे घर विच साध संगत जी पुत्र का जन्म होया जिदा नाम रखा गया बाबा सरवण जी। बाबा सरवण जी दे घर विच पुत्र जन्मिया जिस दा नाम रखा गया बाबा जलाल जी। बाबा जलाल जी दे घर विच बाबा झंडा जी का जन्म होया। बाबा झंडा जी दे घर विच बाबा गुरदित्ता जी का जन्म होया ते बाबा गुरदित्ता जी दे घर विच भाई राम कोयर जी का जन्म होया जी।
ਇਹ ਸਾਰੀ ਲੜੀ ਆਪ ਜੀ ਨੇ ਪਿਛਲੇ ਦਿਨੀ ਸਰਵਣ ਕੀਤੀ ਸੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਭਾਈ ਰਾਮ ਕੋਇਰ ਜੀ ਦੇ ਪ੍ਰਸੰਗ ਦੱਸ ਰਹੇ ਆ ਕਿਵੇਂ ਬ੍ਰਹਮ ਗਿਆਨ ਦੇ ਵਿੱਚ ਭਾਈ ਰਾਮ ਕੋਇਰ ਜੀ ਦੀ ਬਿਰਤੀ ਟਿਕੀ ਹੋਈ ਸੀ। ਸਹਿਜ ਸੁਭਾਅ ਭਾਈ ਰਾਮ ਕੋਇਰ ਜੀ ਜਿਹੜਾ ਬਚਨ ਕਰ ਦਿੰਦੇ ਉਹ ਬਚਨ ਪੂਰਨ ਹੋ ਜਾਂਦਾ ਜੀ। ਉਹਦੇ ਵਿੱਚੋਂ ਇੱਕ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਸੀਗਾ ਟੀਵੀ ਚੈਨਲ ਤੇ। ਸਾਧ ਸੰਗਤ ਜੀ ਕਿਵੇਂ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ ਦੇ ਭਾਈ ਰਾਮ ਕੋਇਰ ਜੀ ਕਿਸੇ ਨੇ ਭੋਗ ਦਾ ਪ੍ਰਸ਼ਾਦਾ ਤਿਆਰ ਕੀਤਾ, ਪਹਿਲਾਂ ਇਹਨਾਂ ਨੂੰ ਛਕਾਇਆ ਤੇ ਬਾਬਾ ਰਾਮ ਕੋਇਰ ਜੀ ਨੂੰ ਪ੍ਰਸਵਾਦ ਲੱਗਾ, ਪ੍ਰਸੰਨ ਹੋਏ ਛਕ ਕੇ। ਉਹ ਕਹਿਣ ਲੱਗੇ ਵੀ ਇਹੋ ਜਿਹਾ ਤੇ ਬਣਦਾ ਹੀ ਰਵੇ ਜੀ। ਪਿੰਡ 'ਚ ਮੌਤਾਂ ਸ਼ੁਰੂ ਹੋ ਗਈਆਂ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਫਿਰ ਵਿਆਹ ਦਾ ਪ੍ਰਸ਼ਾਦਾ ਤਿਆਰ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਨੂੰ ਛਕਾਇਆ। ਭਾਈ ਰਾਮ ਕੋਇਰ ਜੀ ਕਹਿਣ ਲੱਗੇ ਹਾਂ ਵੀ ਇਹੋ ਜਿਹੇ ਕੰਮ ਤੇ ਚੱਲਦੇ ਹੀ ਰਹਿਣ। ਫਿਰ ਪਿੰਡ ਵਿੱਚ ਖੁਸ਼ੀਆਂ ਦਾ ਸਮਾਂ ਬਣਿਆ। ਇਸ ਤਰੀਕੇ ਨਾਲ ਸਾਧ ਸੰਗਤ ਜੀ ਜੋ ਵੀ ਰੱਬ ਦੇ ਪਿਆਰੇ ਬੋਲ ਦਿੰਦੇ ਆ ਨਾ, ਬਚਨ ਕਰ ਦਿੰਦੇ, ਉਹ ਪ੍ਰਤੱਖ ਵਰਤਦਾ ਹੀ ਵਰਤਦਾ ਹੈ ਜੀ, ਵਰਤਦਾ ਹੀ ਵਰਤਦਾ ਹੈ। ਮੈਂ ਇੱਕ ਬਚਨ ਕਹਿ ਕੇ ਫਿਰ ਆਪਾਂ ਲੜੀਵਾਰ ਕਥਾ ਸਰਵਣ ਕਰਾਂਗੇ। ਡਮੇਲੀ ਪਿੰਡ ਹੈ ਸਾਧ ਸੰਗਤ ਜੀ, ਡਮੇਲੀ ਪਿੰਡ ਹੈ। ਇੰਗਲੈਂਡ ਦੇ ਵਿੱਚ ਇੱਕ ਅਸਥਾਨ ਵੀ ਹੈ ਡਮੇਲੀ ਵਾਲੇ ਮਹਾਂਪੁਰਖਾਂ ਦਾ। ਡਮੇਲੀ ਪਿੰਡ ਵਿੱਚ ਕੋਈ ਸਾਧੂ ਆਇਆ, ਰੱਬ ਦਾ ਪਿਆਰਾ ਆਇਆ, ਤੇ ਉਹਨੇ ਪਿੰਡ ਦੇ ਇੱਕ ਮਨੁੱਖ ਕੋਲੋਂ ਕੁਝ ਛਕਣ ਨੂੰ ਮੰਗਿਆ ਜੀ। ਤੇ ਉਸ ਸਮੇਂ ਰੌ ਨਿਕਲ ਰਹੀ ਸੀ ਗੰਨੇ ਦਾ ਰਸ। ਉਹ ਜਿੰਨੇ ਛਕਾਉਣੀ ਸੀ ਨਾ ਜੀ, ਉਹ ਦੇਰੀ ਲਾਵੇ ਤੇ ਸਾਧੂ ਨੇ ਜ਼ਰੂਰੀ ਛੇਤੀ ਛਕਣਾ ਹੀ, ਤ੍ਰੇਹ ਲੱਗੀ ਸੀਗੀ। ਉਸ ਰੱਬ ਦੇ ਪਿਆਰੇ ਨੇ ਆਖਿਆ ਵੀ ਮੈਨੂੰ ਛੇਤੀ ਰੌ ਛਕਾ ਦੇ। ਤੇ ਅੱਗੋਂ ਬੰਦਾ ਕਹਿਣ ਲੱਗਾ ਵੀ ਠਹਿਰ ਜਾ, ਛਕਾ ਦੇਨੇ, ਤੈਨੂੰ ਬਹੁਤੀ ਅੱਗ ਲੱਗੀ ਹੈ। ਆਪਾਂ ਜਿਵੇਂ ਘਰਾਂ 'ਚ ਦਬਕਾ ਮਾਰ ਦਿੰਦੇ ਨਿਆਣਿਆਂ ਨੂੰ। ਉਹ ਰੱਬ ਦਾ ਪਿਆਰਾ ਪਹੁੰਚ ਵਾਲਾ ਸੀ, ਬੰਦਗੀ ਵਾਲਾ ਸੀ। ਉਹ ਕਹਿਣ ਲੱਗਾ ਹੁਣ ਅੱਗ ਮੈਨੂੰ ਤਾਂ ਨਹੀਂ ਲੱਗੀ, ਪਰ ਅੱਗ ਹੁਣ ਤੁਹਾਨੂੰ ਲੱਗਿਆ ਕਰੇਗੀ। ਇਸੇ ਤਰ੍ਹਾਂ ਹੋਇਆ ਜੀ। ਉਹ ਪਿੰਡ 'ਚੋਂ ਚਲੇ ਗਿਆ। ਹਰ ਸਾਲ ਪਿੰਡ ਵਿੱਚ ਜ਼ਬਰਦਸਤ ਆਪੇ ਹੀ ਅੱਗ ਲੱਗ ਜਾਣੀ ਜੀ, ਆਪੇ ਅੱਗ ਲੱਗ ਜਾਣੀ। ਲੋਕ ਬੜੇ ਦੁਖੀ ਹੋਏ ਜੀ। ਕਰਦਿਆਂ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਪਿੰਡ ਵਿੱਚ ਚਲੇ ਗਏ ਜੀ। ਪਿੰਡ ਦੇ ਲੋਕਾਂ ਨੇ ਬੜੀ ਸੇਵਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਵੀ ਤੁਸੀਂ ਬੜੀ ਸੇਵਾ ਕਰ ਰਹੇ ਹੋ, ਇੰਨੀ ਸਮੱਤ ਤੁਹਾਨੂੰ ਕਿੱਥੋਂ ਮਿਲੀ ਹੈ? ਤੇ ਉਹ ਫਿਰ ਪਿੰਡ ਦੇ ਲੋਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਅੱਗੇ ਸਾਡੇ ਕੋਲੋਂ ਇੱਕ ਭੁੱਲ ਹੋ ਗਈ। ਕੋਈ ਰੱਬ ਦਾ ਪਿਆਰਾ ਆਇਆ ਸੀਗਾ ਤੇ ਪਿੰਡ ਵਾਲਿਆਂ ਨੇ ਅੱਗ ਵਾਲੀ ਗੱਲ ਉਹਨਾਂ ਨੂੰ ਕਹਿ ਦਿੱਤੀ। ਉਹਨਾਂ ਬਚਨ ਕਰ ਦਿੱਤਾ ਵੀ ਅੱਗ ਤੇ ਹੁਣ ਇੱਥੇ ਲੱਗਿਆ ਕਰੇਗੀ। ਤੇ ਜਿਵੇਂ ਉਹਨਾਂ ਨੇ ਬਚਨ ਕੀਤਾ ਮਹਾਰਾਜ ਉਵੇਂ ਹੀ ਅੱਗ ਲੱਗ ਜਾਂਦੀ ਹੈ ਤੇ ਨੁਕਸਾਨ ਬੜਾ ਕਰਦੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਰੱਬ ਹੋ, ਤੁਸੀਂ ਪਰਮੇਸ਼ਰ ਹੋ, ਮਹਾਰਾਜ ਆਪ ਕਿਰਪਾ ਕਰੋ ਤੇ ਇਹ ਅੱਗ ਹੁਣ ਨਾ ਲੱਗਿਆ ਕਰੇ। ਇਹ ਸੱਚਾ ਬਚਨ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਅੱਛਾ। ਮਹਾਰਾਜ ਕਹਿੰਦੇ ਗੱਲ ਸੁਣੋ ਧਿਆਨ ਨਾਲ। ਰੱਬ ਦੇ ਪਿਆਰੇ ਨੇ ਬਚਨ ਕੀਤਾ ਹੋਵੇ, ਅਸੀਂ ਉਸ ਬਚਨ ਨੂੰ ਆਪਣੀ ਸਮਰੱਥਾ ਨਾਲ, ਤਾਕਤ ਨਾਲ ਟਾਲ ਦਈਏ, ਇਹ ਬੇਮਰਜ਼ਾਦਾ ਕੰਮ ਹੈ। ਰੱਬ ਦੇ ਪਿਆਰਿਆਂ ਦਾ ਬਚਨ ਟਾਲਣਾ ਰੱਬ ਦਾ ਹੀ ਬਚਨ ਟਾਲਣ ਦੇ ਬਰਾਬਰ ਹੁੰਦਾ। ਪਰ ਕੋਈ ਗੱਲ ਨਹੀਂ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੇ ਕੀਤੀ ਸੇਵਾ, ਇਹਦਾ ਫਲ ਤੁਹਾਨੂੰ ਇਹ ਮਿਲੇਗਾ। ਪਿੰਡ ਵਿੱਚ ਅੱਗ ਤੇ ਲੱਗਿਆ ਕਰੇਗੀ ਪਰ ਆਪੇ ਲੱਗ ਕੇ ਆਪੇ ਬੁੱਝ ਜਾਇਆ ਕਰੇਗੀ ਤੇ ਕੋਈ ਨੁਕਸਾਨ ਨਹੀਂ ਕਰਿਆ ਕਰੇਗੀ। ਮਹਾਰਾਜ ਨੇ ਬਚਨ ਕਰਤਾ ਜੀ। ਉਹ ਅੱਗ ਆਪੇ ਲੱਗ ਕੇ ਆਪੇ ਬੁੱਝ ਜਾਇਆ ਕਰੇ। ਹੁਣ ਤੇ ਉਹ ਅੱਗ ਕਿੱਥੇ ਲੱਗਦੀ ਤੇ ਕਿੱਥੇ ਲੱਗ ਕੇ ਆਪੇ ਬੁੱਝ ਜਾਂਦੀ ਜੀ, ਪਿੰਡ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਦਾ ਵਾਸਤੇ ਹੀ ਉਸ ਪਿੰਡ ਤੋਂ ਖਤਰਾ ਟਾਲ ਦਿੱਤਾ ਜੀ।
ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਸ ਕਰਕੇ ਬੜੇ ਐਸੇ ਬਚਨ ਨੇ ਜੋ ਰੱਬ ਦੇ ਪਿਆਰੇ ਕਹਿ ਦੇਣ ਹੁੰਦਾ ਹੈ। ਸੋ ਬਾਬਾ ਜੀ ਬਾਬਾ ਰਾਮ ਕੋਇਰ ਜੀ ਦੀ ਬੜੀ ਵੱਡੀ ਬੰਦਗੀ ਹੈ, ਬੜਾ ਵੱਡਾ ਜਪ ਤਪ ਹੈ, ਪੂਰਬਲਾ ਵੀ ਤੇ ਇਸ ਜਨਮ ਦਾ ਵੀ। ਕਈਆਂ ਦਾ ਸੰਗਤ ਜੀ ਪਿਛਲੇ ਜਨਮਾਂ ਦਾ ਜਪ ਤਪ ਹੁੰਦਾ ਹੈ, ਇਸ ਜਨਮ 'ਚ ਨਹੀਂ ਕਰਨ ਦੀ ਲੋੜ ਪੈਂਦੀ। ਪਰ ਜੇ ਉਹ ਇਸ ਜਨਮ ਵਿੱਚ ਵੀ ਕਰੀ ਜਾਣ ਨਾ, ਫਿਰ ਤੇ ਸੋਨੇ ਤੇ ਸੁਹਾਗਾ ਹੀ ਹੈ। ਸੋ ਬਾਬਾ ਜੀ ਬਾਬਾ ਰਾਮ ਕੋਇਰ ਸਾਹਿਬ ਜੀ ਦਾ ਬੜਾ ਵੱਡਾ ਪ੍ਰਤਾਪ ਹੈ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰੀਏ ਪਿਆਰ ਦੇ ਨਾਲ। ਸਾਰੀ ਸੰਗਤ ਜੋੜੋ ਦੋਵੇਂ ਹੱਥ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੋ ਬੁੱਢੇ ਰਾਮਦਾਸ ਕੇ ਗ੍ਰਾਮ ਬਿਦਤ ਬਹੁ ਦੇਸ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਹੈ, ਮਹਾਰਾਜ ਵਾਹਿਗੁਰੂ ਹਜੂਰ ਸੱਚੇ ਪਾਤਸ਼ਾਹ ਜੀ ਦੇ ਪਰਮ ਸੇਵਕ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਨਗਰ ਹੈ ਰਾਮਦਾਸ ਨਗਰ, ਤਹਾਂ ਕਰਤ ਬਿਸਰਾਮ ਕਹੋ ਤਿਨ ਕਹੋ ਬੰਸ ਅਸ਼ੇਸ਼। ਰਾਮਦਾਸ ਪਿੰਡ ਬਾਰੇ ਇਹ ਖਬਰਾਂ ਫੈਲ ਗਈਆਂ ਵੀ ਉੱਥੇ ਬਾਬਾ ਬੁੱਢਾ ਜੀ ਦੀ ਅੰਸ ਬੰਸ ਰਹਿੰਦੀ ਹੈ। ਸਾਰੇ ਦੇਸ਼ ਵਿੱਚ ਰਾਮਦਾਸ ਨਗਰ ਪ੍ਰਸਿੱਧ ਹੋ ਗਿਆ ਜੀ। ਹਾਂਜੀ। ਚੌਪਈ ਸੰਗਤ ਬ੍ਰਿੰਦ ਜਪਤ ਗੁਰ ਨਾਮ। ਕਿਉਂ? ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਜਾਪ ਬੜੀਆਂ ਸੰਗਤਾਂ ਕਰਦੀਆਂ ਨੇ, ਬੜੀ ਸੰਗਤ ਹੈ ਗੁਰੂ ਨਾਨਕ ਨਾਮ ਲੇਵਾ। ਹਾਂਜੀ। ਪੂਜਤ ਪਾਵਨ ਪੂਜਤ ਕਾਮ। ਉਹ ਸੰਗਤਾਂ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਰਾਮਦਾਸ ਨਗਰ ਵਿੱਚ ਆਉਣ ਲੱਗ ਪਈਆਂ ਜੀ। ਤੇ ਸੰਗਤ ਜੀ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਆ ਕੇ ਦਰਸ਼ਨ ਕਰਕੇ। ਹਾਂਜੀ। ਦਰਬ ਹਜ਼ਾਰਨ ਹੀ ਅਰ ਪਾਵੈ। ਤੇ ਸੰਗਤਾਂ ਫਿਰ ਹਜ਼ਾਰਾਂ ਰੁਪਈਏ ਭੇਟਾ ਕਰਦੀਆਂ ਜੀ। ਹਜ਼ਾਰਾਂ ਰੁਪਈਏ ਸੰਗਤਾਂ ਬਾਬਾ ਰਾਮ ਕੋਇਰ ਜੀ ਦੇ ਚਰਨਾਂ ਵਿੱਚ ਅਰਪਣ ਕਰਦੀਆਂ। ਲੇਹ ਦਾਸ ਸਭ ਕਾਰ ਚਲਾਵੈ। ਪਰ ਬਾਬਾ ਜੀ ਨੇ ਕਦੀ ਧਿਆਨ ਨਹੀਂ ਸੀ ਮਾਰਿਆ ਵੀ ਕਿੰਨੇ ਆ ਗਏ ਐ। ਬਸ ਜਿੰਨੀ ਮਾਇਆ ਆਉਣੀ ਸੇਵਕਾਂ ਨੇ ਲੈ ਜਾਣੀ, ਲੰਗਰ ਚੱਲਦਾ ਰਹਿਣਾ ਜੀ। ਹਾਂਜੀ। ਕਾਜ ਕਦਾਚਿਤ ਕੋ ਇੱਕ ਪੁੱਛੇ। ਹਾਂਜੀ। ਸਹਿਜ ਸੁਭਾਏ ਕਹੇ ਉਰ ਸੂਛੇ। ਜੇ ਕੋਈ ਕੰਮ ਕਾਰ ਬਾਰੇ ਕੋਈ ਪੁੱਛਦਾ ਵੀ ਬਾਬਾ ਰਾਮ ਕੋਇਰ ਜੀ ਇਹ ਕੰਮ ਕਿਵੇਂ ਕਰਨਾ, ਤੇ ਉਹਨਾਂ ਸਹਿਜ ਸੁਭਾਅ ਉੱਤਰ ਦੇ ਦੇਣਾ ਵੀ ਜੇ ਵੇਖ ਲਓ ਜਿਵੇਂ ਤੁਹਾਡੀ ਮਰਜ਼ੀ ਹੈ। ਹਾਂਜੀ। ਬ੍ਰਿਤੀ ਜਗਤ ਦੇਸ ਕਬਹੁ ਕੇ ਆਵੈ। ਬਸ ਬਾਬਾ ਜੀ ਦੀ ਬਿਰਤੀ ਨਾਮ ਹੀ ਨਹੀਂ ਸੀ ਲੈਂਦੀ ਵੀ ਜਗਤ ਵਾਲੇ ਪਾਸੇ ਆਵੇ ਜੀ। ਕਦੀ ਕਦੇ ਕੋਈ ਸੰਸਾਰਕ ਕੰਮ ਬਹੁਤਾ ਹੀ ਪ੍ਰਭਾਵ ਪਾ ਦੇਣਾ, ਉਹਨਾਂ ਨੇ ਉਧਰ ਧਿਆਨ ਦੇਣਾ, ਨਹੀਂ ਤੇ ਅੱਠੇ ਪੈਰ ਹੀ ਭਜਨ ਜੀ। ਹਾਂਜੀ। ਨਤ ਅਦਵੈਤ ਬਿਖੇ ਲਿਵ ਲਾਵੈ। ਨਹੀਂ ਤੇ ਅੱਠੇ ਪੈਰ ਹੀ ਬਾਬਾ ਜੀ ਦੇ ਬਿਰਤੀ ਭਜਨ ਵਿੱਚ ਰਹਿੰਦੀ, ਪਰਮੇਸ਼ਰ ਜੀ ਦੇ ਚਰਨਾਂ ਵਿੱਚ ਲੀਨ ਰਹਿੰਦੀ ਜੀ। ਬੈਠੇ ਰਹਿਣਾ ਚੌਂਕੜਾ ਮਾਰ ਕੇ। ਹਾਂਜੀ। ਬ੍ਰਿਤੀ ਅਖੰਡ ਰਾਤ ਦਿਨ ਏਕ। ਮਤਲਬ ਟੋਟਾ ਨਹੀਂ ਸੀ ਹੁੰਦਾ ਵਿੱਚ, ਅਖੰਡ ਬਿਰਤੀ ਰਾਤ ਦਿਨ ਬਾਬਾ ਜੀ ਦੀ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਸੀਗੀ। ਹਾਂਜੀ। ਅਚਲ ਗਿਆਨ ਮਹਿ ਜਲਦ ਵਿਵੇਕ। ਵਾਹਿਗੁਰੂ ਦੇ ਗਿਆਨ ਵਿੱਚ ਐ ਧਿਆਨ ਜੁੜਿਆ ਰਹਿੰਦਾ ਐ ਨੇਤਰ ਬੰਦ ਰੱਖਣੇ ਜੀ ਬਾਬਾ ਜੀ ਨੇ। ਹਾਂਜੀ। ਜਬ ਭੋਜਨ ਕਰ ਬੇ ਕਹੋ ਲਾਗੈ। ਤੇ ਅਵਸਥਾ ਐਸੀ ਬਣ ਗਈ ਵੀ ਭੋਜਨ ਦੀ ਲੋੜ ਨਹੀਂ ਰਹੀ ਜੀ, ਪ੍ਰਸ਼ਾਦੇ ਦੀ ਲੋੜ ਨਹੀਂ ਰਹੀ। ਗੁਰਮੁਖੋ ਇੱਕ ਦਿਨ ਹੀ ਬੜੇ ਰੱਬ ਦੇ ਪਿਆਰੇ ਐਸੇ ਜਿਨ੍ਹਾਂ ਨੂੰ ਪ੍ਰਸ਼ਾਦੇ ਦੀ ਲੋੜ ਨਹੀਂ ਰਹਿ ਜਾਂਦੀ, ਪਰ ਮਰਜ਼ਾਦਾ ਵਾਸਤੇ ਛਕਦੇ ਜੀ। ਉਹ ਜੀ ਮਰਜ਼ਾਦਾ ਵਾਸਤੇ ਛਕਦੇ। ਇੱਕ ਗੱਲ ਚੇਤਾ ਰੱਖਿਓ, ਹਰ ਬੰਦਾ ਭੋਜਨ ਨਾ ਛੱਡ ਕੇ ਬਹਿ ਜੇ ਜੀ ਵੀ ਮੈਨੂੰ ਹੁਣ ਵਾਹਵਾ ਨਾਮ 'ਚ ਧਿਆਨ ਲੱਗਦਾ ਤੇ ਸ਼ਾਇਦ ਭੋਜਨ ਛੱਡਦੇ ਆ। ਨਹੀਂ, ਹਰ ਬੰਦਾ ਨਾ ਭੋਜਨ ਛੱਡੇ ਜਾਂ ਨਾ ਨੀਂਦ ਛੱਡੇ ਜੀ। ਸਮਾਂ ਆਉਂਦਾ ਪਰਮੇਸ਼ਰ ਆਪੇ ਮਿਹਰ ਕਰ ਦਿੰਦਾ ਜੀ। ਤਿੱਥੈ ਊਂਘ ਨਾ ਭੁੱਖ ਹੈ ਜਿੱਥੈ ਆਤਮ ਰਾਮ ਪਰਗਾਸ।
ਨਾ ਉੱਥੇ ਭੁੱਖ ਰਹਿ ਜਾਂਦੀ, ਨਾ ਉੱਥੇ ਨੀਂਦ ਰਹਿ ਜਾਂਦੀ, ਜਿੱਥੇ ਨਾਮ ਹਿਰਦੇ 'ਚ ਵਸ ਜਾਂਦਾ ਜੀ। ਤੇ ਨਾਮ ਹਿਰਦੇ 'ਚ ਸੌਖਾ ਨਹੀਂ ਵਸਦਾ ਜੀ। ਖੈਰ ਰਹੋ ਵਿਚਾਰ, ਬਾਬਾ ਜੀ ਨੂੰ ਲੋੜ ਨਹੀਂ ਸੀਗੀ ਜੀ ਪ੍ਰਸ਼ਾਦੇ ਦੀ, ਪਰ ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕਣਾ, ਸੇਵਕਾਂ ਦੇ ਕਹਿਣ ਉੱਤੇ ਵੀ ਮਹਾਰਾਜ ਪ੍ਰਸ਼ਾਦਾ ਛਕ ਲਓ, ਹਾਂਜੀ, ਜਾਵਦ ਥਾਲ ਧਰਿਓ ਰਹਿ ਆਗੈ। ਤੇ ਸਾਧ ਸੰਗਤ ਜੀ ਜਾਵਦ ਥਾਲ ਧਰਿਓ ਰਹਿ ਆਗੈ। ਸਾਧ ਸੰਗਤ ਕਈ ਵਾਰੀ ਤੇ ਥਾਲਾ ਅੱਗੇ ਹੀ ਪਿਆ ਰਹਿੰਦਾ ਸੀ, ਛਕਦੇ ਨਹੀਂ ਸੀਗੇ, ਹਾਂਜੀ। ਤਾਵਦ ਅਚਿਓ ਜਾਹੇ ਪੁਨ ਕਹੈ। ਤੇ ਸਾਧ ਸੰਗਤ ਜੀ ਫਿਰ ਕਈ ਵਾਰੀ ਥਾਲਾ ਪਰੋਸ ਕੇ ਲੈ ਕੇ ਆਉਣਾ, ਪ੍ਰੇਮੀਆਂ ਨੇ ਹੱਥ ਜੋੜ ਕੇ ਕਹਿਣਾ ਬਾਬਾ ਜੀ ਛਕ ਲਓ, ਤੇ ਫਿਰ ਬਾਬਾ ਜੀ ਨੇ ਛਕਣਾ। ਪਰ ਛਕਣ ਤੋਂ ਪਹਿਲਾਂ ਕੀ ਕਰਨਾ ਜੀ, ਹਾਂਜੀ। ਭੋ ਰਾਮਾ ਤੂੰ ਕਿਸ ਥਲ ਅਹੈ। ਸਾਧ ਸੰਗਤ ਛਕਣ ਲੱਗਿਆ ਰਾਮਾ ਜੀ ਨੂੰ ਪਹਿਲਾਂ ਹੀ ਸੱਦ ਲੈਣਾ ਕੋਲ, ਜਾਂ ਫਿਰ ਛਕਦਿਆਂ ਰਾਮਾ ਜੀ ਨੂੰ ਆਵਾਜ਼ ਮਾਰਨੀ। ਹੁਣ ਰਾਮਾ ਜੀ ਕੌਣ ਨੇ? ਰਾਮਾ ਜੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਗੜਵਈ ਨੇ ਜੀ, ਗੜਵਈ ਹੈ ਉਹਨਾਂ ਦੇ ਸਭ ਤੋਂ ਨਿਕਟਵਰਤੀ ਸੇਵਕ ਨੇ। ਆਵਾਜ਼ ਮਾਰਨੀ, ਭਾਈ ਰਾਮੇ ਤੂੰ ਕਿੱਥੇ ਆ, ਹਾਂਜੀ। ਆਵਹੁ ਪਾਸ ਪਰਖ ਕਰ ਕਹੋ। ਆ ਕੇ ਵੇਖ, ਪਰਖ ਕਰਕੇ ਦੱਸ ਸਾਨੂੰ, ਹਾਂਜੀ। ਅਚਹਿ ਆਹਾਰ ਜੋ ਨਿਤ ਤੂੰ ਲਹੋ। ਤੂੰ ਰੋਜ਼ ਵੇਖਦਾ ਵੀ ਜਿੰਨਾ ਕੁ ਅਸੀਂ ਭੋਜਨ ਛਕਣਾ ਹੁੰਦਾ। ਦੋਹਰਾ ਤ੍ਰਿਪਤ ਭਏ ਰਮਦਾਸ ਕੇ ਪਿਖੋ ਕੇ ਤ੍ਰਿਪਤੇ ਨਾਹੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿਣਾ ਦੱਸ ਰਮਦਾਸੀਏ ਰੱਜੇ ਕਿ ਨਹੀਂ ਰੱਜੇ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤ੍ਰਿਪਤ ਭਏ ਰਮਦਾਸ ਕੇ ਪਿਖੋ ਕੇ ਤ੍ਰਿਪਤੇ ਨਾਹੇ। ਦੱਸ ਹਾਂ ਮੈਨੂੰ ਰਮਦਾਸੀਏ ਰੱਜ ਗਏ ਆ ਜਾਂ ਅਜੇ ਭੁੱਖ ਪਈ ਹੈ, ਹਾਂਜੀ। ਸੁਨ ਰਾਮਾ ਸੇਵਕ ਤਬੈ ਹਿਰਹਿ ਹੋਏ ਕਰ ਪਾਹੇ। ਤੇ ਸਾਧ ਸੰਗਤ ਜੀ ਫਿਰ ਭਾਈ ਰਾਮਾ ਜੀ ਨਾ ਨੇੜੇ ਹੋ ਕੇ ਰਾਮ ਕੋਇਰ ਜੀ ਨੂੰ ਵੇਖਣ ਲੱਗ ਪੈਂਦੇ ਜੀ, ਹਾਂਜੀ। ਚੌਪਈ ਉਪਰ ਉਦਰ ਹਾਥ ਕਹੋ ਫੇਰ ਹੈ। ਉਹ ਕਿਵੇਂ ਵੇਖਦੇ ਸੀਗੇ? ਪੇਟ ਦੇ ਉੱਤੇ ਹੱਥ ਫੇਰ ਕੇ ਜੀ, ਹਾਂਜੀ। ਨਿਤ ਸਮ ਊਚੋ ਹੋਵਤ ਹੀਰ ਹੈ। ਉਹ ਜਿੰਨਾ ਕੁ ਰੋਜ਼ ਛਕਣਾ ਓਨਾ ਕੁ ਪੇਟ ਫੁੱਲ ਜਾਂਦਾ, ਰੱਜ ਜਾਂਦਾ ਜੀ। ਹੱਥ ਫੇਰ ਕੇ ਦੱਸਣਾ ਜੀ ਉਹਨਾਂ ਨੇ, ਹਾਂਜੀ। ਕਹਿ ਬੰਦ ਕਰ ਤ੍ਰਿਪਤੇ ਅਬੈ। ਤੇ ਜਦੋਂ ਰੱਜ ਕੇ ਛਕ ਲੈਂਦੇ ਸੀ ਨਾ, ਤੇ ਪੇਟ ਜਿੰਨਾ ਕੁ ਰੋਜ਼ ਫੁੱਲਦਾ ਓਨਾ ਕੁ ਫੁੱਲ ਜਾਂਦਾ, ਰੱਜ ਜਾਂਦਾ। ਤੇ ਫਿਰ ਨਾ ਜੀ ਭਾਈ ਰਾਮਾ ਜੀ ਹੱਥ ਜੋੜ ਕੇ ਰਾਮ ਕੋਇਰ ਜੀ ਨੂੰ ਕਹਿੰਦੇ ਸੀ, ਮਹਾਰਾਜ ਹੁਣ ਤੁਸੀਂ ਰੱਜ ਗਏ ਹੋ, ਹਾਂਜੀ। ਨਿਤ ਸਮ ਭੋਜਨ ਕੀਨਸ ਸਭੈ। ਜਿੰਨਾ ਤੁਸੀਂ ਭੋਜਨ ਛਕਣਾ ਹੁੰਦਾ ਉਹਨਾਂ ਭੋਜਨ ਤੁਸੀਂ ਛਕ ਲਿਆ। ਵੇਖ ਲਓ ਕਮਾਲ ਦੀ ਗੱਲ ਹੈ ਜੀ। ਭੋਜਨ ਪ੍ਰਸ਼ਾਦਾ ਅਸੀਂ ਛਕੀਏ ਤੇ ਸਾਨੂੰ ਪਤਾ ਵੀ ਅਸੀਂ ਰੱਜੇ ਕਿ ਨਹੀਂ ਰੱਜੇ ਜੀ, ਹਾਂਜੀ। ਜਾਂ ਫਿਰ ਦੂਜਾ ਬੰਦੇ ਨੂੰ ਕੀ ਪਤਾ ਹੁੰਦਾ ਜੀ, ਜਾਂ ਪਤਾ ਹੁੰਦਾ ਮਾਂ ਨੂੰ ਵੀ ਮੇਰੇ ਪੁੱਤ ਨੇ ਇੰਨੇ ਪ੍ਰਸ਼ਾਦੇ ਛਕਣੇ ਜੀ। ਪਰ ਕਈ ਵਾਰੀ ਅੰਦਾਜ਼ੇ ਤੋਂ ਵੱਧ ਵੀ ਬੰਦਾ ਛਕ ਲੈਂਦਾ ਜੀ, ਭੁੱਖ ਜ਼ਿਆਦਾ ਲੱਗੀ ਹੋਵੇ ਜੀ। ਸਾਨੂੰ ਪਤਾ ਜੀ ਵੀ ਅਸੀਂ ਰੱਜੇ ਜਾਂ ਨਹੀਂ ਰੱਜੇ ਜੀ। ਕਈ ਵਾਰੀ ਕਹਿੰਦੇ ਨਹੀਂ 2 ਪ੍ਰਸ਼ਾਦੇ ਹੋਰ ਲੈ ਕੇ ਆਓ, ਅਜੇ ਮੈਂ ਰੱਜਿਆ ਨਹੀਂ ਆ। ਤੇ ਰਾਮ ਕੋਇਰ ਜੀ ਇੰਨੇ ਨਾਮ ਵਿੱਚ ਲੀਨ ਰਹਿੰਦੇ ਸੀਗੇ, ਸਰੀਰ ਤੋਂ ਬਿਰਤੀ ਇੰਨੀ ਉੱਪਰ ਉੱਠ ਗਈ ਸੀਗੀ ਸੰਗਤ ਜੀ, ਇਸ ਗੱਲ ਦਾ ਵੀ ਧਿਆਨ ਨਹੀਂ ਸੀ ਰਹਿੰਦਾ ਵੀ ਮੈਂ ਰੱਜਿਆ ਕਿ ਭੁੱਖਿਆ ਹਾਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਗੱਲ ਦਾ ਵੀ ਧਿਆਨ ਨਹੀਂ ਸੀ ਰਹਿੰਦਾ ਜੀ। ਜਿਨ੍ਹਾਂ ਦੀ ਬਿਰਤੀ ਆਤਮ ਲੀਨ ਹੋ ਜਾਂਦੀ ਹੈ ਨਾ, ਜਿਹੜੇ ਆਤਮਦਰਸ਼ੀ ਹੋ ਜਾਂਦੇ ਆ, ਉਹਨਾਂ ਦੇ ਜੀਵਨ ਵਿੱਚ ਐਸਾ ਬਣਦਾ ਜੀ। ਹਰ ਇੱਕ ਦੇ ਜੀਵਨ ਵਿੱਚ ਨਹੀਂ। ਸੇਵਕ ਨੇ ਦੱਸਣਾ ਜੀ ਬਾਬਾ ਜੀ ਨੂੰ ਵੀ ਬਾਬਾ ਜੀ ਜਿੰਨਾ ਤੁਸੀਂ ਛਕਦੇ ਹੁੰਦੇ ਉਹਨਾਂ ਛਕ ਲਿਆ ਤੁਸੀਂ ਅੱਜ, ਹਾਂਜੀ। ਪੁੰਨ ਜਲ ਪਾਨ ਕਰਹਿ ਕਰ ਧੋਏ। ਬਸ ਜਦੋਂ ਉਹਨੇ ਕਹਿ ਦੇਣਾ ਨਾ ਜੀ ਭਾਈ ਰਾਮਾ ਜੀ ਨੇ, ਤੇ ਰਾਮ ਕੋਇਰ ਜੀ ਨੇ ਉਸੇ ਵੇਲੇ ਜਲ ਛਕ ਕੇ ਤੇ ਹੱਥ ਧੋ ਲੈਣੇ ਜੀ। ਉਸੇ ਵੇਲੇ ਉੱਥੇ ਛੱਡ ਦੇਣਾ ਜੀ ਸਾਰਾ ਕੁਝ, ਹਾਂਜੀ। ਪਰਮਹੰਸ ਇਸ ਬਿਦ ਰਹਿ ਸੋਏ। ਫਿਰ ਨੇਤਰ ਬੰਦ ਕਰ ਲੈਣੇ ਜੀ ਤੇ ਭਜਨ ਚ ਲੀਨ ਹੋ ਜਾਣਾ। ਇਸ ਤਰੀਕੇ ਦੇ ਨਾਲ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੀ ਅੰਸ ਬੰਸ
ਭਜਨ ਵਿੱਚ ਲੀਨ ਰਹਿੰਦੇ ਸਨ ਜੀ, ਇਸ ਤਰੀਕੇ ਨਾਲ। ਹਾਂਜੀ। ਕਬ ਤਨ ਸੁਧ ਕਬਹੂ ਨਹਿ ਹੋਏ। ਸਾਧ ਸੰਗਤ ਕਦੀ ਤੇ ਸਰੀਰ ਦੀ ਸੁੱਧ ਬੁੱਧ ਹੁੰਦੀ ਸੀ, ਤੇ ਕਈ ਵਾਰੀ ਇਹ ਵੀ ਨਹੀਂ ਪਤਾ ਵੀ ਕਿੱਥੇ ਬੈਠਾ ਤੇ ਕਿੱਥੇ ਨਹੀਂ ਬੈਠਾ ਜੀ। ਇੰਨਾ ਭਜਨ ਵਿੱਚ ਲੀਨ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਬੋਲਹਿ ਕਬਹਿ ਬੁਲਾਏ ਕੋਏ। ਮਤਲਬ ਸਰੀਰ ਤੋਂ ਬਿਲਕੁਲ ਹੀ ਉਪਰਾਮ ਹੋ ਗਏ ਸੀਗੇ ਜੀ, ਸਰੀਰ ਤੋਂ ਬਿਲਕੁਲ ਉਪਰਾਮ। ਸਰੀਰ ਵਿੱਚ ਹੁੰਦਿਆਂ ਹੋਇਆਂ ਇੱਕ ਹਿਸਾਬ ਨਾਲ ਸਰੀਰ ਤੋਂ ਨਾਤਾ ਟੁੱਟ ਗਿਆ ਸੀ। ਇਹ ਕਦੋਂ ਹੁੰਦਾ ਹੈ? ਜਦੋਂ ਬੰਦੇ ਦੀ ਸੁਰਤ ਅੰਤਰਮੁਖੀ ਹੋ ਜਾਂਦੀ ਜੀ। ਫਿਰ ਬਾਬਾ ਰਾਮ ਕੋਇਰ ਜੀ ਦਾ ਇੱਕ ਹੋਰ ਗੁਣ ਕਵੀ ਸੰਤੋਖ ਸਿੰਘ ਜੀ ਦੱਸਦੇ, ਬਾਬਾ ਰਾਮ ਕੋਇਰ ਜੀ ਵਾਧੂ ਬਚਨ ਨਹੀਂ ਸੀ ਕਰਦੇ ਜੀ, ਵਾਧੂ ਬਚਨ ਨਹੀਂ ਸੀ ਕਰਦੇ। ਬੋਲਹਿ ਕਬਹਿ ਬੁਲਾਏ ਕੋਏ। ਜਦੋਂ ਕਿਸੇ ਨੇ ਪੁੱਛਣਾ ਉਦੋਂ ਬਾਬਾ ਰਾਮ ਕੋਇਰ ਜੀ ਨੇ ਗੱਲ ਦਾ ਉੱਤਰ ਦੇਣਾ, ਨਹੀਂ ਤੇ ਚੁੱਪ ਹੀ ਰਹਿਣਾ ਜੀ। ਤੇ ਤੁਸੀਂ ਹਿਸਾਬ ਲਾ ਲਓ, ਆਪਾਂ ਬੇਲੋੜਾ ਹੀ ਕਿੰਨਾ ਬੋਲਦੇ ਹਾਂ ਜੀ, ਕਿੰਨਾ ਬੇਲੋੜਾ ਬੋਲਦੇ ਹਾਂ ਜੀ। ਤੇ ਵਾਧੂ ਬੋਲਣ ਨਾਲ, ਬਿਨਾਂ ਕਾਰਨ ਤੋਂ ਬੋਲਣ ਦੇ ਨਾਲ ਵੀ ਸਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਨਾ, ਉਹ ਵੇਸਟ ਹੁੰਦੀ ਹੈ, ਬਿਨਾਂ ਕਾਰਨ ਤੋਂ ਬੋਲਣ ਨਾਲ ਜੀ। ਕਈ ਕੀ ਕਰਦੇ ਆ, ਸਾਰੀ ਦਿਹਾੜੀ ਗੱਲਾਂ ਕਰੀ ਜਾਂਦੇ, ਗੱਲਾਂ ਕਰੀ ਜਾਂਦੇ ਆ। ਜਦੋਂ ਪਾਠ ਬੋਲ ਕੇ ਕਰਨ ਦਾ ਸਮਾਂ ਆਉਂਦਾ ਨਾ ਰਹਿਰਾਸ ਸਾਹਿਬ, ਤੇ ਫਿਰ ਚੁੱਪ ਰਹਿ ਕੇ ਹੀ ਕਰਦੇ, ਕਹਿੰਦੇ ਜੀ ਥੱਕੇ ਬੜਾ, ਬੋਲ ਕੇ ਬਾਣੀ ਨਹੀਂ ਪੜ੍ਹੀ ਜਾਂਦੀ। ਇਹ ਐਨਰਜੀ ਹੈ, ਇਹਨੂੰ ਬਚਾਇਆ ਕਰੋ ਜਿੰਨਾ ਹੋ ਸਕਦਾ। ਜਿੰਨਾ ਘੱਟ ਬੋਲੋਗੇ ਓਨਾ ਬੰਦਾ ਚੰਗਾ ਰਹਿੰਦਾ ਤੇ ਸੌਖਾ ਰਹਿੰਦਾ ਜੀ, ਨਾਲੇ ਅੰਦਰ ਨਾੜੀਆਂ ਨੂੰ ਆਰਾਮ ਜੀ। ਜਿੰਨਾ ਘੱਟ ਬੋਲੋ ਓਨਾ ਸੌਖਾ ਰਹਿੰਦਾ ਬੰਦਾ, ਜਿੰਨਾ ਵੱਧ ਬੋਲੋਗੇ ਓਨਾ ਤੰਗ ਹੋਵੋਗੇ। ਤੇ ਜੇ ਚਾਹੁੰਦੇ ਹੋ ਬਾਣੀ ਬੋਲ ਕੇ ਪੜ੍ਹੀਏ, ਤੇ ਫਿਰ ਪਿਆਰਿਓ ਪਹਿਲਾਂ ਤੁਹਾਨੂੰ ਚੁੱਪ ਰਹਿਣ ਦੀ ਜਾਚ ਸਿੱਖਣੀ ਪੈਣੀ ਹੈ। ਇਹ ਮੈਂ ਤਾਂ ਬੇਨਤੀ ਕਰ ਰਿਹਾ, ਕਈ ਪ੍ਰੇਮੀ ਮੈਂ ਵੇਖਿਆ ਜੀ, ਉਹ ਸ਼ਾਮ ਨੂੰ ਸੋਧਰ ਦਾ ਪਾਠ ਕਰਦੇ, ਕਿਣਮਿਣ ਜੀ ਕਰੀ ਜਾਂਦੇ ਆ, ਤੇ ਬਸ ਚੁੱਪ ਰਹਿ ਕੇ ਪਾਠ ਜੀ, ਮਤਲਬ ਚੁੱਪ ਪਾਠ ਕਰਦੇ। ਇੰਨੀ ਤੇ ਸੁਰਤੀ ਤਾਂ ਨਹੀਂ ਹੁੰਦੀ ਵੀ ਅੰਦਰੇ ਅੰਦਰ ਪਾਠ ਚੱਲੇ, ਇਹ ਤੇ ਬੜੀ ਵੱਡੀ ਗੱਲ ਹੈ ਜੀ। ਤੇ ਚੁੱਪ ਪਾਠ ਕਰਦੇ ਜੀ, ਚੁੱਪ ਪਾਠ। ਇਹ ਪਾਠ ਦਾ ਨਿਯਮ ਨਹੀਂ ਹੈਗਾ ਜੀ। ਜਿੰਨਾ ਤੁਸੀਂ ਚੁੱਪ ਰਹੋਗੇ ਓਨਾ ਵਧੀਆ, ਤੇ ਜਿੰਨਾ ਬਾਣੀ ਬੋਲ ਕੇ ਪੜੋਗੇ ਓਨੀ ਜ਼ਿਆਦਾ ਵਧੀਆ ਜੀ। ਸੋ ਬਾਬਾ ਰਾਮ ਕੋਇਰ ਜੀ ਦਾ ਸੁਭਾਅ ਸੀਗਾ, ਜੇ ਕਿਸੇ ਨੇ ਬੁਲਾਣਾ ਤਾਂ ਉਹਨਾਂ ਨੇ ਬੋਲਣਾ, ਨਹੀਂ ਤੇ ਬੋਲਣਾ ਹੀ ਨਹੀਂ ਜੀ ਉਹਨਾਂ ਨੇ। ਹਾਂਜੀ। ਕਬਹੂ ਬਸਤਰ ਸੰਭਾਰਤ ਦਾਸ। ਤੇ ਸੇਵਕ ਕੱਪੜੇ ਸੰਭਾਲਦਾ ਸੀਗਾ, ਸੇਵਕ ਨੇ ਕੱਪੜੇ ਪਵਾਉਣੇ, ਉਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਹੁੰਦੀ ਸੀ। ਹਾਂਜੀ। ਉਪਰ ਕੋ ਪਹਿਰਾਏ ਸੋ ਪਾਸ। ਉਹਨੇ ਆ ਕੇ ਕੱਪੜੇ ਪਵਾ ਦੇਣੇ ਤੇ ਰਾਮ ਕੋਇਰ ਜੀ ਨੇ ਪਾ ਲੈਣੇ, ਨਹੀਂ ਤੇ ਬਸ ਰੱਬ ਦਾ ਨਾਮ ਜਪਣ ਵਿੱਚ ਹੀ ਧਿਆਨ ਸੀਗਾ ਜੀ। ਹਾਂਜੀ। ਅੰਤਰਮੁਖੀ ਬ੍ਰਿਤ ਨਿਤ ਰਾਖੈ। ਅੰਤਰਮੁਖੀ ਬਿਰਤੀ ਰੱਖਦੇ ਸੀਗੇ, ਅੰਦਰ ਧਿਆਨ ਰੱਖਦੇ ਸੀਗੇ। ਆਪਣੀ ਬਿਰਤੀ ਬਾਹਰ ਮੁਖੀ ਹੈ ਤਾਂ ਬਾਹਰ ਦੀਆਂ ਗੱਲਾਂ ਦਾ ਧਿਆਨ ਰੱਖਦੇ ਆ। ਜਿਨ੍ਹਾਂ ਦੀ ਬਿਰਤੀ ਅੰਤਰਮੁਖੀ ਹੋ ਜਾਂਦੀ ਨਾ, ਉਹ ਫਿਰ ਇਹਨਾਂ ਵਾਧੂ ਘਾਟੂ ਗੱਲਾਂ ਵਿੱਚ ਨਹੀਂ ਪੈਂਦੇ। ਹਾਂਜੀ। ਬੋਲਤ ਜਬ ਬਿਨਤੀ ਬਹੁ ਭਾਖੈ। ਤੇ ਜਦੋਂ ਕੋਈ ਬਹੁਤਾ ਆਖੇ ਨਾ, ਫਿਰ ਬਾਬਾ ਜੀ ਨੇ ਬਚਨ ਕਰਨਾ, ਫਿਰ ਬਚਨ ਕਰਨਾ, ਨਹੀਂ ਤੇ ਚੁੱਪ ਹੀ ਰਹਿਣਾ ਜੀ ਉਹਨਾਂ ਨੇ। ਹਾਂਜੀ। ਦੀਰਘ ਕੇਸ ਪੌਹ ਦੋਹ ਕੇਰੇ। ਤੇ ਭਰਵੱਟਿਆਂ ਦੇ ਜਿਹੜੇ ਕੇਸ ਸਨ ਉਹ ਲੰਬੇ ਸਨ ਕਾਫੀ ਜੀ, ਵੱਡੀ ਉਮਰ ਦੇ ਸਨ ਬਾਬਾ ਰਾਮ ਕੋਇਰ ਜੀ। ਹਾਂਜੀ। ਦੀਰਘ ਪਲਕ ਹੈ ਕਬਹਿ ਉਘੇਰੇ। ਲੰਮੀਆਂ ਲੰਮੀਆਂ ਪਲਕਾਂ ਸਨ ਤੇ ਨੇਤਰ ਕਦੀ ਕਦੀ ਖੋਲਦੇ ਸਨ ਜੀ, ਬਹੁਤੇ ਨੇਤਰ ਬੰਦ ਰੱਖਣੇ। ਪਿਆਰਿਓ, ਹਰ ਬੰਦਾ ਅੱਖਾਂ ਨੀਚੇ ਬੰਦ ਕਰ ਸਕਦਾ ਨਾ, ਹਰ ਬੰਦੇ ਵਿੱਚ ਤਾਕਤ ਹੈਗੀ ਹੈ। ਜਿਹਦੇ ਅੰਦਰ ਕੁਝ ਹੈ ਨਾ ਜੀ, ਉਹ ਅੱਖਾਂ ਬੰਦ ਕਰ ਸਕਦਾ, ਨਹੀਂ ਤੇ 10 ਮਿੰਟ ਸੋਚੋ ਅੱਖਾਂ ਬੰਦ ਕਰਕੇ ਬੈਠੀਏ, ਅੰਦਰ ਤੂਫਾਨ ਸ਼ੁਰੂ ਹੋ ਜਾਂਦਾ ਜੀ, ਸੋਚਾਂ ਦਾ ਤੂਫਾਨ, ਫਿਕਰਾਂ ਦਾ ਤੂਫਾਨ, ਤੇ ਬੰਦਾ ਤੰਗ ਹੋ ਕੇ ਅੱਖਾਂ ਖੋਲ੍ਹ ਲੈਂਦਾ ਜੀ। ਤੇ ਮੈਨੂੰ ਮਾਫ ਕਰਿਓ, ਆ ਨੌਜਵਾਨ ਮਿਲਦੇ ਆ,
ਉਹ ਦੱਸਦੇ, ਕਹਿੰਦੇ ਕਈ ਵਾਰੀ ਅੱਖਾਂ ਬੰਦ ਕਰੀਏ ਤਾਂ ਇੰਨੇ ਮਾੜੇ ਮਾੜੇ ਦ੍ਰਿਸ਼ ਅੱਖਾਂ ਬੰਦ ਦੇ ਅੰਦਰ ਵੇਖਦੇ ਐ ਵੀ ਉਸੇ ਵੇਲੇ ਅੱਖਾਂ ਖੋਲਣੀਆਂ ਪੈ ਜਾਂਦੀਆਂ ਸਾਨੂੰ। ਨੇਤਰ ਬੰਦ ਰੱਖਦੇ ਸਨ ਬਾਬਾ ਰਾਮ ਕੋਇਰ ਜੀ। ਹਾਂਜੀ। ਨਾਹੇ ਤਾਂ ਮੁੰਦਰਿਤ ਰਹਿਤ ਬਿਲੋਚਨ। ਕੋਈ ਸਰੀਰ ਦੀ ਕਿਰਿਆ ਹੁੰਦੀ ਤੇ ਅੱਖਾਂ ਖੋਲਣੀਆਂ, ਨਹੀਂ ਤੇ ਅੱਖਾਂ ਬੰਦ ਹੀ ਰੱਖਣੀਆਂ ਜੀ। ਹਾਂਜੀ। ਕਰਹਿ ਦਾਸ ਕੀ ਸੋਚ ਬਿਮੋਚਨ। ਤੇ ਸਹਿਜ ਸੁਭਾਈ ਐਸਾ ਮਿਹਰ ਕਰ ਦਿੰਦੇ ਸਨ, ਪਾਸ ਆਏ ਸੇਵਕਾਂ ਦੇ ਸਭ ਦੁੱਖ ਦੂਰ ਹੋ ਜਾਂਦੇ ਸਨ ਜੀ। ਹਾਂਜੀ। ਦਾਸ ਲਖੇ ਨਿਤ ਕੋ ਬਿਵਹਾਰਾ। ਉਹ ਜਿਹੜੇ ਕੋਲ ਰਹਿਣ ਵਾਲੇ ਸੇਵਕ ਸਨ ਨਾ, ਉਹਨਾਂ ਨੂੰ ਬਾਬਾ ਜੀ ਦਾ ਪਤਾ ਲੱਗ ਗਿਆ ਵੀ ਬੋਲਣਾ ਵੀ ਘੱਟ ਹੈ, ਛਕਣਾ ਵੀ ਮਰਜ਼ਾਦਾ ਦੇ ਅਨੁਸਾਰ ਹੈ, ਤੇ ਨੇਤਰ ਵੀ ਮਰਜ਼ਾਦਾ ਦੇ ਅਨੁਸਾਰ ਹੀ ਖੋਲ੍ਹਦੇ ਹੈ। ਕਿਤੇ ਇਹ ਕੰਮ ਕਰਕੇ ਵੇਖ ਲਓ, ਸੌਖੇ ਹੋ ਜਾਂਦੀ ਬੰਦੇ ਦੀ ਜ਼ਿੰਦਗੀ ਜੀ। ਲੋੜ ਤੋਂ ਵੱਧ ਜਿਹੜਾ ਛਕਣਾ ਉਹ ਬੰਦ ਕਰਨਾ ਸ਼ੁਰੂ ਕਰ ਦਿਓ, ਘੱਟ ਬੋਲਣਾ ਸ਼ੁਰੂ ਕਰ ਦਿਓ, ਤੁਸੀਂ ਅੱਧੇ ਹੌਲੇ ਹੋ ਜਾਓਗੇ ਜੀ, ਅੱਧੇ ਹੌਲੇ ਹੋ ਜਾਓਗੇ ਜੀ। ਸੋ ਬਾਬਾ ਜੀ ਦੇ ਸੁਭਾਅ ਬਾਰੇ ਪਤਾ ਲੱਗ ਗਿਆ ਸੇਵਕਾਂ ਨੂੰ ਜੀ। ਹਾਂਜੀ। ਸਦਾ ਕਰਾਵਹਿ ਤਿਸੀ ਪ੍ਰਕਾਰਾ। ਇਸ ਕਰਕੇ ਉਹ ਲਾਗੇ ਲਾਗੇ ਉਵੇਂ ਰਹਿੰਦੇ ਸੀ। ਉਹਨਾਂ ਨੂੰ ਪਤਾ ਸੀ ਇਹਨਾਂ ਨੇ ਜਵਾਬ ਨਹੀਂ ਦੇਣਾ ਕਿਸੇ ਗੱਲ ਦਾ, ਤੇ ਉਹ ਫਿਰ ਉਸੇ ਤਰ੍ਹਾਂ ਲਾਗੇ ਰਹਿੰਦੇ ਸਨ। ਹਾਂਜੀ। ਆਮਦ ਖਰਚ ਸੰਭਾਰਨ ਕਰੈ। ਜਿੰਨੀ ਆਮਦਨ ਹੁੰਦੀ ਤੇ ਜਿੰਨਾ ਖਰਚ ਹੋਣਾ ਉਹ ਸਾਰਾ ਸਾਂਭੀ ਜਾਣਾ ਜੀ। ਉਹਨਾਂ ਨੇ ਮਾਇਆ ਦਾ ਧਿਆਨ ਰੱਖਣਾ ਸੇਵਕਾਂ ਨੇ। ਹਾਂਜੀ। ਦੇਨ ਲੈਨ ਨਿਜ ਇਛ ਵਿਚਰੈ। ਤੇ ਸੇਵਕ ਜਿਹੜੇ ਲਾਗੇ ਰਹਿੰਦੇ ਸੀ ਨਾ, ਉਹ ਮਾਇਆ ਲੈਣ ਦੇਣ ਆਪਣੀ ਇੱਛਾ ਅਨੁਸਾਰ ਕਰਦੇ ਸਨ। ਰਾਮ ਕੋਇਰ ਜੀ ਨਹੀਂ ਧਿਆਨ ਦਿੰਦੇ ਜੀ, ਉਹਨਾਂ ਦਾ ਮਾਇਆ ਨਾਲ ਕੋਈ ਸੰਬੰਧ ਨਹੀਂ ਸੀਗਾ ਜੀ। ਹਾਂਜੀ। ਦੋਹਰਾ ਇਕ ਰਸ ਬ੍ਰਿਤੀ ਅਖੰਡ ਰਹਿ ਬ੍ਰਹਮ ਗਿਆਨ ਕੇ ਮਾਹੇ। ਇਸ ਤਰੀਕੇ ਨਾਲ ਬਾਬਾ ਰਾਮ ਕੋਇਰ ਜੀ ਦੀ ਬਿਰਤੀ ਧਿਆਨ ਸਦਾ ਵਾਹਿਗੁਰੂ ਦੇ ਵਿੱਚ ਇੱਕ ਸਾਰ ਲੱਗਾ ਰਹਿੰਦਾ। ਆਏ ਕਦਾਚਿਤ ਜਗਤ ਦਿਸ ਰਹਿਤ ਦਾਸ ਬਹੁ ਪਾਹੇ। ਤੇ ਕਦੀ ਕਦੀ ਸੰਗਤ ਜੀ ਉਹਨਾਂ ਨੇ ਗੱਲ ਦਾ ਜਵਾਬ ਦੇਣਾ, ਭਾਵੇਂ ਬਹੁਤ ਮਨੁੱਖ ਰਹਿੰਦੇ ਸਨ ਉਹਨਾਂ ਕੋਲ, ਪਰ ਬਾਬਾ ਜੀ ਨੇ ਪਰਮੇਸ਼ਰ ਵਿੱਚ ਹੀ ਧਿਆਨ ਰੱਖਣਾ ਜੀ, ਪਰਮੇਸ਼ਰ ਵਿੱਚ ਹੀ ਜੀ। ਹਾਂਜੀ। ਚੌਪਈ ਏਕ ਸਮੈ ਤੁਰਕਨ ਕੀ ਸੈਨਾ। ਇੱਕ ਵਾਰੀ ਕੀ ਹੋਇਆ, ਕਵੀ ਸੰਤੋਖ ਸਿੰਘ ਦੱਸਦੇ ਆ, ਕਹਿੰਦੇ ਤੁਰਕਾਂ ਦੀ ਜਿਹੜੀ ਫੌਜ ਹੈ, ਹਾਂਜੀ, ਆਏ ਪਰੀ ਲੂਟਨ ਕਹੋ ਐ ਨਾ। ਉਹ ਘਰ ਲੁੱਟਣ ਵਾਸਤੇ ਬ੍ਰਹਮਦਾਸ ਪਿੰਡ ਵਿੱਚ ਆਈ। ਬੜਿਆਂ ਦੇ ਘਰ ਲੁੱਟੇ ਜੀ ਉਹਨਾਂ ਨੇ। ਤੁਰਕ ਇੰਝ ਹੀ ਕਰਦੇ ਸਨ, ਜਿਹਦੇ ਮਰਜ਼ੀ ਘਰ ਲੁੱਟ ਲੈਂਦੇ ਸਨ। ਹਾਂਜੀ। ਵਸਤਰ ਵਿਭੂਖਨ ਬਾਸਨ ਭਾਰੇ। ਉਹਨਾਂ ਨੇ ਸੰਗਤ ਜੀ ਜਿੱਥੇ ਹੋਰ ਘੱਟ ਘਰ ਲੁੱਟੇ, ਉੱਥੇ ਬਾਬਾ ਰਾਮ ਕੋਇਰ ਜੀ ਦਾ ਸਥਾਨ ਵੀ ਲੁੱਟਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜੇ ਕੱਪੜੇ ਸੰਗਤਾਂ ਨੇ ਗਹਿਣੇ ਚੜਾਏ ਸਨ, ਤੇ ਬਾਸਨ ਭਾਰੇ, ਵੱਡੇ ਵੱਡੇ ਲੰਗਰ ਦੇ ਭਾਂਡੇ, ਭਾਰੇ ਭਾਂਡੇ ਸਾਰੇ ਚੁੱਕ ਕੇ ਲੈ ਗਏ। ਤੁਰੰਗ ਧੇਨ ਮਹਿਖੀ ਗਨ ਸਾਰੇ। ਸੰਗਤ ਜੀ ਉਹ ਡੇਰੇ ਦੀਆਂ ਗਊਆਂ ਵੀ ਲੈ ਗਏ, ਘੋੜੇ ਵੀ ਲੈ ਗਏ, ਮੱਝਾਂ ਵੀ ਲੈ ਗਏ, ਪਸ਼ੂ ਵੀ ਸਾਰੇ ਲੈ ਗਏ। ਦੇਗ ਕਰਾਹੇ ਵੱਡ ਬਰ ਟੋਹੇ। ਦੇਗਾਂ ਕੜਾਏ ਵੱਡੇ ਵੱਡੇ ਬਲਟੋਏ ਸਾਰੇ ਲੈ ਗਏ। ਭਾਂਡੇ ਠਿੰਡੇ ਸਭ ਤੁਰਕ ਲੱਦ ਕੇ ਲੈ ਗਏ। ਅੰਨ ਬਹੁਤ ਸਭ ਲੀਨ ਸਖੋਏ। ਅੰਨ ਦੇ ਭੰਡਾਰੇ ਜਿਹੜੇ ਲੱਗੇ ਸਨ ਉਹ ਵੀ ਤੁਰਕ ਖੋ ਕੇ ਲੈ ਗਏ ਜੀ। ਹਾਂਜੀ। ਦਾਸ ਉਪਾਏ ਕਰਤ ਬਹੁ ਰਹੇ। ਤੇ ਸਾਧ ਸੰਗਤ ਜੀ ਸੇਵਕ ਬੜਾ ਰੋਕਣ ਦਾ ਯਤਨ ਕਰਦੇ ਰਹੇ ਵੀ ਤੁਰਕ ਨਾ ਲੈ ਕੇ ਜਾਣ। ਹਾਂਜੀ। ਕਿਉ ਜਬਰੀ ਤੁਮ ਠਾਨਤ ਅਹੇ। ਉਹਨਾਂ ਕਿਹਾ ਵੀ ਤੁਸੀਂ ਕਿਉਂ ਜ਼ਬਰਦਸਤੀ ਵਸਤੂਆਂ ਲੈ ਕੇ ਜਾ ਰਹੇ ਹੋ ਇੱਥੋਂ। ਹਾਂਜੀ। ਕਹਿ ਬਹੁ ਰਹੇ ਨਾ ਮਾਨੀ ਕਾਹੂ। ਪਰ ਉਹ ਤੁਰਕਾਂ ਨੇ ਨਹੀਂ ਮੰਨੀ ਜੀ। ਰਾਜ ਸੀਗਾ ਜੀ, ਆਪਣੀ ਮਰਜ਼ੀ ਕਰਦੇ ਸਨ। ਹਾਂਜੀ। ਛੀਨ ਲੀਨ ਸਭ ਵਥ ਘਰ ਮਾਹੂ। ਤੇ ਡੇਰੇ ਦੇ ਭਾਂਡੇ, ਗਹਿਣੇ, ਬਸਤਰ, ਪਸ਼ੂ ਸਭ ਕੁਝ ਹੀ ਲੈ ਗਏ ਜੀ ਉਹ। ਹਾਂਜੀ। ਬੈਠੇ ਰਾਮ ਕੋਇਰ ਜਹ ਭਾਈ। ਤੇ ਜਿੱਥੇ ਬਾਬਾ ਜੀ ਬਾਬਾ ਰਾਮ ਕੋਇਰ ਜੀ ਬੈਠੇ ਸਨ ਨਾ, ਜਾਏ ਨਿਕਟ ਸੁਧ ਦੇਤ ਸੁਨਾਈ। ਸੇਵਕਾਂ ਨੇ ਜਾ ਕੇ ਬਾਬਾ ਰਾਮ ਕੋਇਰ ਜੀ ਨੂੰ ਸਾਰੀ ਗੱਲ ਦੱਸੀ। ਸੁਨ ਕਰ ਮਨ ਮਹਿ ਕਛੂ ਨਾ ਅੰਨ। ਬਾਬਾ ਜੀ ਸਾਰਾ ਸਮਾਨ ਲੈ ਗਏ, ਪਸ਼ੂ ਲੈ ਗਏ, ਅੰਨ ਲੈ ਗਏ, ਮਾਇਆ ਵੀ ਨਗਦੀ ਲੈ ਗਏ।
ਤੇ ਜਦੋਂ ਬਾਬਾ ਜੀ ਨੂੰ ਦੱਸਿਆ ਜੀ, ਹੁਣ ਇੱਕ ਗੱਲ ਦੀ ਸੋਚ ਵਿਚਾਰ ਕਰੋ ਵੀ ਸਾਨੂੰ ਕਿਤੇ ਕੁਝ ਇਹੋ ਜਿਹਾ ਹੋਇਆ ਹੋਵੇ ਤੇ ਸਾਨੂੰ ਖਬਰ ਪਹੁੰਚੇ ਤਾਂ ਆਪਾਂ ਕੀ ਕਰਾਂਗੇ ਜੀ, ਵੀ ਸਾਡੇ ਘਰ ਦਾ ਕੋਈ ਸਮਾਨ ਲੈ ਜੇ ਤੇ ਬੰਦਾ ਪਹਿਲਾਂ ਤਾਂ ਉਹਨੂੰ ਗੁੱਸਾ ਚੜ੍ਹਦਾ ਜੀ, ਪਹਿਲੇ ਨੰਬਰ ਤੇ ਗੁੱਸਾ, ਫਿਰ ਬੰਦਾ ਨੱਠ ਭੱਜ ਕਰਦਾ ਜੀ, ਤੇ ਮਿਲਣਾ ਕੁਝ ਨਹੀਂ ਤੇ ਫਿਰ ਬੰਦਾ ਪਛਤਾਉਂਦਾ ਰਹਿ ਜਾਂਦਾ ਜੀ, ਦੁਖੀ ਹੁੰਦਾ ਰਹਿੰਦਾ, ਝੂਰਦਾ ਰਹਿੰਦਾ ਜੀ। ਧੰਨ ਬਾਬਾ ਜੀ, ਜਦੋਂ ਬਾਬਾ ਜੀ ਨੂੰ ਕਿਹਾ ਨਾ ਸਾਰਾ ਕੁਝ ਹੀ ਲੈ ਗਏ, ਤੇ ਬਾਬਾ ਜੀ ਹੁਣ ਧਿਆਨ ਹੀ ਨਹੀਂ ਮਾਰਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਨਹਿ ਦਾਸਨ ਸੋ ਬਾਕ ਬਖਾਨੈ। ਸੇਵਕਾਂ ਨਾਲ ਕੋਈ ਗੱਲ ਨਹੀਂ ਕੀਤੀ, ਕੋਈ ਨਹੀਂ ਜਵਾਬ ਦਿੱਤਾ ਜੀ ਉਹਨਾਂ ਨੂੰ। ਹਾਂਜੀ। ਕਈ ਹਜ਼ਾਰਨ ਕੋ ਧਨ ਗਇਓ। ਉਹ ਸੇਵਕ ਕਹਿਣ ਲੱਗੇ ਬਾਬਾ ਜੀ ਕਈ ਹਜ਼ਾਰਾਂ ਰੁਪਈਏ, ਅੱਜ ਦੇ ਲੱਖਾਂ ਹਜ਼ਾਰਾਂ ਰੁਪਈਏ ਮਾਇਆ ਲੈ ਗਏ ਅਗਲੇ ਆ ਕੇ। ਹਾਂਜੀ। ਘਰ ਮੈਂ ਨਹੀਂ ਪਦਾਰਥ ਰਹਿਓ। ਹੁਣ ਤੇ ਕੋਈ ਵੀ ਚੀਜ਼ ਨਹੀਂ ਰਹੀ, ਅਗਲੇ ਲੁੱਟ ਕੇ ਸਾਰਾ ਕੁਝ ਹੀ ਲੈ ਗਏ। ਹਾਂਜੀ। ਲੇਕਰ ਸਕਲ ਤੁਰਕ ਕੀ ਸੈਨਾ। ਤੁਰਕਾਂ ਦੀ ਸੈਨਾ ਆਈ, ਸਭ ਸਾਜੋ ਸਮਾਨ ਬਾਬਾ ਜੀ ਲੁੱਟ ਕੇ ਲੈ ਗਏ ਆ। ਹਾਂਜੀ। ਜਾਏ ਪਹੁੰਚੀ ਆਪਣੇ ਐਨਾ। ਉਧਰ ਉਹ ਆਪਣੇ ਪਿੰਡ ਪਹੁੰਚ ਗਏ ਜੀ, ਸਾਰਾ ਕੁਝ ਲੈ ਕੇ, ਜਿੱਥੇ ਤੁਰਕਾਂ ਦੀ ਸੈਨਾ ਰਹਿੰਦੀ ਸੀ। ਹਾਂਜੀ। ਲਾਭਪੁਰ ਕੋ ਸੂਬਾ ਇੱਕ ਹੁਤੋ। ਬਾਬਾ ਜੀ ਨੇ ਕੋਈ ਧਿਆਨ ਨਾ ਦਿੱਤਾ ਜੀ, ਬਿਰਤੇ ਬ੍ਰਹਮ ਰਸ ਵਿੱਚ ਹੈ ਪਿਆਰਿਓ, ਉਹਨਾਂ ਵਾਸਤੇ ਤੇ ਸਾਰਾ ਮਿੱਟੀ ਹੈ, ਜਿਹੜਾ ਮਰਜ਼ੀ ਮਿੱਟੀ ਚੁੱਕ ਕੇ ਲੈ ਜਾਏ ਜੀ। ਪਰ ਮਾਫ ਕਰਿਓ, ਹੁਣ ਤੇ ਸਮਾਂ ਇੰਨਾ ਭਿਆਨਕ, ਤੁਸੀਂ ਕਿਸੇ ਦੀ ਮਿੱਟੀ ਵੀ ਚੁੱਕੋ ਤਾਂ ਲੜੇਗਾ ਜੀ, ਮਿੱਟੀ ਵੀ ਨਹੀਂ ਚੁੱਕਣ ਦਿੰਦੇ ਲੋਕ ਆਪਣੇ। ਹਾਂਜੀ। ਉਹ ਕਹਿੰਦੇ ਮੁੱਲ ਆਉਂਦੀ ਹੈ, ਚੁੱਕਣ ਨਹੀਂ ਦੇਣੀ ਤੁਹਾਨੂੰ। ਉਧਰ ਬਾਬਾ ਜੀ ਚੁੱਪ ਕਰਕੇ ਬੈਠੇ ਰਹੇ, ਰਾਮ ਕੋਇਰ ਜੀ। ਤੇ ਲਾਹੌਰ ਦਾ ਜਿਹੜਾ ਸੂਬਾ ਸੀਗਾ, ਸੋ ਜਾਣਤ ਸਭ ਬਿਦ ਇਨ ਮਤੋ। ਉਹਨੇ ਬਾਬਾ ਰਾਮ ਕੋਇਰ ਜੀ ਦੀ ਮਹਿਮਾ ਸੁਣੀ ਸੀ ਸਾਰੀ ਜੀ, ਵੀ ਬਾਬਾ ਰਾਮ ਕੋਇਰ ਜੀ ਬੜੀ ਉੱਚੀ ਅਵਸਥਾ ਵਾਲੇ ਆ। ਹਾਂਜੀ। ਮਹਿਮਾ ਮਹਾ ਪਛਾਨ ਹੈ ਸੋਏ। ਉਹ ਮਹਿਮਾ ਜਾਣਦਾ ਸੀ ਸਾਰੀ ਜੀ, ਉਹਨੂੰ ਪਤਾ ਸੀ ਇਸ ਗੱਲ ਦਾ। ਹਾਂਜੀ। ਸੁਖ ਦੁੱਖ ਮੈਂ ਇੱਕ ਰਸ ਨਿਤ ਹੋਏ। ਉਹਨੂੰ ਪਤਾ ਸੀ ਵੀ ਬਾਬਾ ਜੀ ਦਿਨ ਰਾਤ ਭਾਵੇਂ ਸੁੱਖ ਹੋਵੇ ਦੁੱਖ ਹੋਵੇ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ, ਖੁਦਾ ਦੇ ਵਿੱਚ ਲੀਨ ਰਹਿੰਦੇ ਆ। ਹਾਂਜੀ। ਹਰਖ ਸ਼ੋਕ ਨਹਿ ਜਿਨ ਕੇ ਲੇ। ਖੁਸ਼ੀ ਗਮੀ ਲੇਸ਼ ਮਾਤਰ ਵੀ ਨਹੀਂ ਉਹਨਾਂ ਨੂੰ ਹੈਗੀ। ਹਾਂਜੀ। ਇਨ ਕਉ ਲਖੇ ਮਹਾ ਦਰਵੇਸ਼। ਤੇ ਉਹ ਫਿਰ ਬਾਬਾ ਰਾਮ ਕੋਇਰ ਜੀ ਨੂੰ ਬਹੁਤ ਵੱਡਾ ਦਰਵੇਸ਼ ਮੰਨਦਾ ਸੀ, ਮਨੋ ਸਤਿਕਾਰ ਕਰਦਾ ਸੀ, ਸੂਬੇਦਾਰ। ਹਾਂਜੀ। ਇਹ ਸੁਧ ਪਹੁੰਚੀ ਤਿਸ ਕੇ ਪਾਸ। ਉਹ ਜਦੋਂ ਕਰਦਿਆਂ ਕਰਾਉਂਦਿਆਂ ਤੁਰਕਾਂ ਦੀ ਸੈਨਾ ਦੀ ਜਿਹੜੀ ਲੁੱਟ ਹੈ, ਇਹਦੀ ਖਬਰ ਸੂਬੇਦਾਰ ਨੂੰ ਪਹੁੰਚੀ। ਲੀਏ ਲੂਟ ਰਮਦਾਸ ਆਵਾਸ। ਉਹਨੂੰ ਪਤਾ ਲੱਗਾ ਵੀ ਸੈਨਿਕ ਰਮਦਾਸ ਪਿੰਡ ਦੇ ਘਰਾਂ ਨੂੰ ਲੁੱਟ ਕੇ ਲੈ ਕੇ ਆਏ ਆ। ਹਾਂਜੀ। ਤਤ ਛਿਨ ਅਸ ਅਰੂੜ ਕਰ ਆਵਾ। ਹਾਂਜੀ। ਲਾਉਪੁਰ ਤੇ ਤੂਰ ਨਹੀਂ ਧਾਵਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨੂੰ ਇਹ ਵੀ ਪਤਾ ਲੱਗਾ ਵੀ ਇਹ ਬਾਬਾ ਰਾਮ ਕੋਇਰ ਜੀ ਦੇ ਡੇਰੇ ਦਾ ਵੀ ਸਮਾਨ ਲੈ ਆਏ ਜੀ। ਉਹ ਸੂਬੇਦਾਰ ਉਸੇ ਵੇਲੇ ਘੋੜੇ ਤੇ ਚੜ੍ਹਿਆ ਤੇ ਰਮਦਾਸ ਪਿੰਡ ਆਇਆ। ਹਾਂਜੀ। ਕੁਛਕ ਸੈਨ ਆਈ ਜਿਹ ਸਾਥ। ਥੋੜੀ ਸੈਨਾ ਵੀ ਉਹ ਲੈ ਕੇ ਆਇਆ। ਲੋਕ ਡਰ ਗਏ ਜੀ ਵੀ ਹੁਣੇ ਤੇ ਲੁੱਟ ਕੇ ਲੈ ਕੇ ਗਏ, ਫੇਰ ਆ ਗਏ ਆ। ਲੋਕ ਡਰ ਗਏ ਜੀ, ਸੈਨਾ ਵੀ ਉਹਦੇ ਨਾਲ ਸੀ। ਹਾਂਜੀ। ਬਹੁਤ ਬਸੂਰਤ ਸੁਨ ਕਰ ਗਾਥ। ਪਰ ਸੂਬੇਦਾਰੇ ਸੁਣ ਸੁਣ ਕੇ ਤੇ ਸੋਚ ਸੋਚ ਕੇ ਬਾਰ-ਬਾਰ ਝੂਰਦਾ ਸੀ ਵੀ ਸਾਡੀਆਂ ਸੈਨਿਕਾਂ ਸਿਪਾਹੀਆਂ ਨੇ ਬੜੀ ਗਲਤੀ ਕੀਤੀ, ਬਾਬਾ ਜੀ ਦੇ ਘਰ ਦਾ ਸਮਾਨ ਲੁੱਟ ਲਿਆ। ਹਾਂਜੀ। ਰਾਮਦਾਸ ਕੇ ਪਹੁੰਚਿਓ ਗ੍ਰਾਮ। ਬਸ ਉਹ ਛੇਤੀ ਰਮਦਾਸ ਪਿੰਡ ਵਿੱਚ ਪਹੁੰਚਿਆ। ਹਾਂਜੀ। ਨਗਨ ਪੈਰ ਹੋਏ ਪ੍ਰਵਿਸ਼ਿਓ ਧਾਮ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲੋ ਰੱਬ ਦੇ ਪਿਆਰਿਆਂ ਦਾ ਸਤਿਕਾਰ, ਨਾਮ ਜਪਣ ਵਾਲਿਆਂ ਦਾ। ਸੂਬੇਦਾਰ ਘੋੜੇ ਤੋਂ ਉਤਰਿਆ, ਪੈਰਾਂ 'ਚੋਂ ਉਹਨੇ ਜੋੜਾ ਲਾਇਆ ਤੇ ਨੰਗੇ ਪੈਰ ਬਾਬਾ ਰਾਮ ਕੋਇਰ ਜੀ ਦੇ ਘਰ ਗਿਆ ਜੀ। ਉਹ ਨੰਗੇ ਪੈਰ। ਹਾਂਜੀ। ਬੈਠੇ ਰਾਮ ਕੋਇਰ ਢਿਗ ਗਇਓ। ਉੱਥੇ ਗਿਆ ਜਿੱਥੇ ਬਾਬਾ ਜੀ ਬੈਠੇ ਹੋਏ ਸਨ ਜੀ। ਹਾਂਜੀ। ਹਾਥ ਜੋੜ ਨਮਰੀ ਬਹੁ ਭਇਓ। ਹੱਥ ਜੋੜੇ
ਬੜੀ ਨਿਮਰਤਾ ਦੇ ਵਿੱਚ ਆਇਆ ਜੀ ਉਹ ਸੂਬੇਦਾਰ। ਹਾਂਜੀ ਚਰਨ ਸਪਰਸ਼ਨ ਕਰ ਕਰ ਸੰਗ। ਤੇ ਪਿਆਰਿਓ ਉਹਨੇ ਆਪਣੇ ਹੱਥਾਂ ਨਾਲ ਨਾ ਬਾਬਾ ਜੀ ਦੇ ਚਰਨੀ ਹੱਥ ਲਾਇਆ ਜੀ। ਅਜੇ ਵੇਖ ਲੋ ਮੁਸਲਮਾਨ ਹੋਵੇ ਵੀ ਸੂਬੇਦਾਰ ਤੇ ਉਹ ਘੱਟ ਹੀ ਇੰਜ ਕਰਦੇ ਆ। ਉਹਨੇ ਚਰਨੀ ਹੱਥ ਲਾਇਆ ਬੰਧਨ ਕੀਨ ਤਰਸਤ ਮਨ ਭੰਗ। ਤੇ ਡਰਦਿਆਂ ਮੱਥਾ ਟੇਕਿਆ ਨੇੜੇ ਹੋ ਕੇ। ਹਾਂਜੀ ਮੁਖ ਤੇ ਸ਼ਰਾਪ ਦੇਹੋ ਕਛ ਨਾਹੀ। ਫਿਰ ਪੜੋ ਮੁਖ ਤੇ ਸ਼ਰਾਪ ਦੇਹ ਕਛ ਨਾਹੀ। ਉਹ ਮਨ 'ਚ ਸੋਚਦਾ ਵੀ ਬਾਬਾ ਜੀ ਮੈਨੂੰ ਸ਼ਰਾਪ ਨਾ ਦੇ ਦੇਣ, ਕੋਈ ਇਹੋ ਜਿਹਾ ਬਚਨ ਨਾ ਕਰ ਦੇਣ ਜਿਹੜਾ ਮੇਰੇ ਅਨੁਕੂਲ ਨਾ ਹੋਵੇ ਤੇ ਮੇਰੇ ਘਾਟੇ ਵਿੱਚ ਹੋਵੇ। ਹਾਂਜੀ ਖਰਿਓ ਰਹਿਓ ਡਰ ਧਰ ਉਰ ਮਾਹੀ। ਇਸ ਕਰਕੇ ਸੂਬੇਦਾਰ ਡਰਦਾ ਹੋਇਆ ਬਾਬਾ ਜੀ ਦੇ ਸਾਹਮਣੇ ਖਲੋਤਾ ਰਿਹਾ। ਵੇਖ ਲੋ ਰੱਬ ਦੇ ਪਿਆਰਿਆਂ ਤੋਂ ਵੀ ਲੋਕ ਡਰਦੇ ਜੀ, ਸਰਕਾਰੀ ਬੰਦੇ ਵੀ ਆ ਕੇ ਡਰੀ ਜਾਂਦੇ ਜੀ। ਹਾਂਜੀ ਸਹਿਜ ਸੁਭਾਏ ਰਹੇ ਸੋ ਬੈਸੇ। ਬਾਬਾ ਜੀ ਨੇ ਨਹੀਂ ਧਿਆਨ ਮਾਰਿਆ ਕੌਣ ਆਇਆ ਜੀ, ਉਹ ਸਹਿਜ ਸੁਭਾ ਬੈਠੇ ਰਹੇ। ਤਿਸ ਕੋ ਬਾਕ ਨਾ ਭਾਖਿਓ ਕੈਸੇ। ਉਹਨਾਂ ਕੋਈ ਵੀ ਬਚਨ ਨਹੀਂ ਕੀਤਾ ਵੀ ਤੂੰ ਕੌਣ ਹੈ, ਕਿਧਰੋਂ ਆਇਆ, ਕਿਹਦੇ ਨਾਲ ਕੰਮ ਹੈ, ਕੋਈ ਗੱਲ ਨਹੀਂ ਕੀਤੀ ਬਾਬਾ ਜੀ ਨੇ। ਹਾਂਜੀ ਜਬਹਿ ਖਾਨ ਜਾਨੀ ਮਨ ਮਾਹੇ। ਤੇ ਸੂਬੇਦਾਰ ਨੇ ਫਿਰ ਆਪਣੇ ਮਨ ਵਿੱਚ ਇਹ ਗੱਲ ਸੋਚੀ ਜੀ। ਹਾਂਜੀ ਬਿਨਾ ਬੁਲਾਏ ਬੋਲਹਿ ਨਾਹੇ। ਵੀ ਬਿਨਾਂ ਬੁਲਾਉਣ ਤੋਂ ਇਹਨਾਂ ਨੇ ਬੋਲਣਾ ਨਹੀਂ ਹੈ, ਮੈਂ ਹੀ ਕੋਈ ਗੱਲ ਕਰਾਂ ਫੇਰ ਹੀ ਇਹ ਕੋਈ ਗੱਲ ਕਰਨਗੇ। ਹਾਂਜੀ ਬਹੁਤ ਦੀਨਤਾ ਸਾਥ ਬਖਾਨੀ। ਉਹਨੇ ਨਾ ਡਰਦੇ ਹੋਏ ਨੇ ਬਾਬਾ ਜੀ ਨੂੰ ਇਸ ਤਰ੍ਹਾਂ ਆਖਿਆ। ਮੋਹੇ ਬੇਖਬਰੀ ਤੇ ਕ੍ਰਿਤ ਠਾਨੀ। ਕਹਿਣ ਲੱਗਾ ਜੀ ਭੁੱਲ ਹੋ ਗਈ ਹੈ, ਮੇਰੇ ਸੈਨਿਕਾਂ ਨੇ ਸਿਪਾਹੀਆਂ ਨੇ ਮੈਨੂੰ ਪੁੱਛਣ ਤੋਂ ਬਗੈਰ ਇਹ ਕੰਮ ਕੀਤਾ, ਮੈਨੂੰ ਤੇ ਖਬਰ ਵੀ ਨਹੀਂ ਦਿੱਤੀ ਉਹਨਾਂ ਨੇ। ਹਾਂਜੀ ਭਈ ਅਵਗਿਆ ਅਦਕ ਤੁਮਾਰੀ। ਜਿਸ ਕਰਕੇ ਤੁਹਾਡੀ ਅਵਗਿਆ ਹੋਈ ਹੈ, ਤੁਹਾਡੇ ਅਸਥਾਨ ਦੀ ਅਵਗਿਆ ਹੋਈ ਹੈ। ਹਾਂਜੀ ਤੁਰਕ ਅਜਾਨ ਨਾ ਕੀਨ ਚਨਾਰੀ। ਤੁਰਕ ਅਣਜਾਣ ਨੇ ਬਾਬਾ ਜੀ, ਉਹਨਾਂ ਨੂੰ ਤੁਹਾਡੀ ਮਹਿਮਾ ਦਾ ਪਤਾ ਨਹੀਂ ਹੈ। ਹਾਂਜੀ ਮਿਲ ਮੂਰਖ ਇਕੱਠੇ ਹੋਏ ਆਏ। ਉਹ ਸਭ ਮੂਰਖ ਇਕੱਠੇ ਹੋ ਕੇ ਆ ਗਏ ਇੱਥੇ। ਹਾਂਜੀ ਜਿਨਹੋ ਖਾਜ ਲੱਖ ਪਾਏ। ਤੇ ਉਹਨਾਂ ਨੂੰ ਮਾੜੇ ਚੰਗੇ ਕੰਮ ਦੀ ਪਛਾਣ ਨਹੀਂ ਹੈਗੀ। ਹਾਂਜੀ ਲੂਟੇ ਗ੍ਰਾਮ ਰੋ ਧਾਮ ਤੁਮਾਰੇ। ਤੁਹਾਡਾ ਪਿੰਡ ਵੀ ਲੁੱਟਿਆ ਤੇ ਤੁਹਾਡਾ ਘਰ ਵੀ ਲੁੱਟਿਆ ਉਹਨਾਂ ਨੇ। ਹਾਂਜੀ ਸਭ ਸਜਾਏ ਕੇ ਉਚਿਤ ਵਿਚਾਰੇ। ਤੇ ਵੇਖ ਲਓ ਸੂਬੇਦਾਰ ਆਪ ਆ ਕੇ ਕਹਿ ਰਿਹਾ, ਨਹੀਂ ਤਾਂ ਇਹੋ ਜਿਹੇ ਕੰਮਾਂ ਵਿੱਚ ਮਦਦ ਕਰਦੇ ਹੁੰਦੇ ਆ। ਕਹਿਣ ਲੱਗਾ ਜੀ ਭੁੱਲ ਹੋਈ ਹੈ ਤੇ ਮੇਰੇ ਸਾਰੇ ਸੈਨਿਕ ਸਜ਼ਾ ਦੇ ਹੱਕਦਾਰ ਨੇ। ਹਾਂਜੀ ਆਪ ਕਿਰਪਾ ਕਰਕੇ ਫੁਰਮਾਵੋ। ਤੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸੋ ਗਈ ਵਸਤ ਜੋ ਸਗਲ ਬਤਾਵੋ। ਵੀ ਕਿਹੜੀ ਕਿਹੜੀ ਚੀਜ਼ ਚੋਰੀ ਹੋਈ ਹੈ, ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸ ਦਿਓ। ਹਾਂਜੀ ਕਰ ਕਰ ਕੈਦ ਸਬਨ ਕੋ ਲੈਵੋ। ਤੇ ਮੈਂ ਸਾਰੇ ਸੈਨਿਕਾਂ ਨੂੰ ਕੈਦ ਕਰ ਦੇਣਾ ਤੇ ਜਿੰਨਾ ਤੁਹਾਡੇ ਅਸਥਾਨ ਦਾ ਸਮਾਨ ਗਿਆ ਨਾ ਉਹ ਸਾਰਾ ਮੈਂ ਵਾਪਸ ਲਿਆ ਕੇ ਤੁਹਾਡੇ ਚਰਨਾਂ 'ਚ ਰੱਖਾਂਗਾ। ਜੋ ਕਿਛ ਗਈ ਕਹੋ ਸੋ ਦੇਵੋ। ਜੋ ਕੁਝ ਗਿਆ ਕਿਰਪਾ ਕਰਕੇ ਦੱਸੋ, ਉਹ ਮੈਂ ਸਾਰਾ ਕੁਝ ਲਿਆ ਕੇ ਦਿਆਂ। ਹਾਂਜੀ ਆਪਣੀ ਸ਼ਰਨ ਪਰਿਓ ਮੁਝ ਜਾਨ। ਤੇ ਮੇਰੇ ਤੇ ਖੁਸ਼ੀ ਰੱਖਿਓ, ਡਰਦਾ ਸੀ ਨਾ, ਮੇਰੇ ਤੇ ਖੁਸ਼ੀ ਰੱਖਿਓ, ਮੈਂ ਤੁਹਾਡੀ ਸ਼ਰਨ ਵਿੱਚ ਆ। ਹਾਂਜੀ ਛਿਮਾ ਕਰੋ ਅਪਰਾਧ ਮਹਾਨ। ਭੁੱਲ ਤੇ ਹੋ ਗਈ ਹੈ ਪਰ ਤੁਸੀਂ ਕਿਰਪਾ ਕਰਕੇ ਬਖਸ਼ ਦਿਓ। ਸੁਨੇ ਖਾਨ ਕੇ ਬਾਕ ਸੋ ਕਾਨ। ਤੇ ਫਿਰ ਬਾਬਾ ਜੀ ਐ ਮਸਤ ਰੱਬ ਦਾ ਰੂਪ, ਜਦੋਂ ਸੂਬੇਦਾਰ ਦੇ ਬਚਨ, ਸੂਬੇਦਾਰ ਦੀਆਂ ਗੱਲਾਂ ਸੁਣੀਆਂ, ਦੀਨ ਮਨਾ ਜਿਉ ਕਰਤ ਬਖਾਨ। ਇਹ ਬੜੀ ਨਿਮਰਤਾ ਨਾਲ ਗੱਲਾਂ ਕਰ ਰਿਹਾ, ਕੀ ਗੱਲ ਹੋਈ ਹੈ। ਹਾਂਜੀ ਊਚੋ ਮੁਖ ਕਰ ਨੈਣ ਉਘਾਰੇ। ਤੇ ਬਾਬਾ ਜੀ ਨੇ ਉੱਪਰ ਮੁਖ ਕੀਤਾ, ਧਿਆਨ ਹੇਠਾਂ ਸੀ ਨਾ, ਉੱਪਰ ਮੁਖ ਕੀਤਾ, ਨੇਤਰ ਖੋਲੇ। ਪਿਖੇ ਤੁਰਕ ਗਨ ਖਰੇ ਅਗਾਰੇ। ਸਾਹਮਣੇ ਕੀ ਵੇਖਿਆ, ਸੂਬੇਦਾਰ ਖਲੋਤਾ ਤੇ ਕੁਝ ਫੌਜ ਖਲੋਤੀ ਹੈ। ਹਾਂਜੀ ਬਰਿੰਦ ਤੁਰੰਗ ਮਤੰਗਨ ਬਾਹਰ। ਤੇ ਬਾਹਰ ਹਾਥੀ ਘੋੜੇ ਬੜੇ ਹੈ।
ਧਿਆਨ ਮਾਰਿਆ ਬਾਹਰ ਵਾਲੇ ਪਾਸੇ। ਹਾਂਜੀ, ਉਠਤ ਸ਼ਬਦ ਸੁਨੀਅਤ ਗਨ ਜਾਹਰ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆ ਰਹੀ ਸੀ। ਹਾਂਜੀ, ਖਾਨ ਦਿਸ਼ਾ ਅਵਲੋਕਨ ਕੀਨ, ਹਾਥੀ ਚਿੰਗਾੜ ਰਹੇ ਸਨ। ਤੇ ਸਾਧ ਸੰਗਤ ਦੀ ਬਾਬਾ ਜੀ ਨੇ ਸੂਬੇਦਾਰ ਵੱਲ ਵੇਖਿਆ ਬੋਲਿਓ ਰਾਮ ਕੋਇਰ ਪਰਬੀਨ, ਤੇ ਸਦਾ ਵਾਹਿਗੁਰੂ ਦੇ ਪਿਆਰ ਵਿੱਚ ਰਹਿਣ ਵਾਲੇ ਬਾਬਾ ਰਾਮ ਕੋਇਰ ਸਾਹਿਬ ਇਹ ਗੱਲ ਕਹਿਣ ਲੱਗੇ, ਹਮਰੋ ਕਛੂ ਨਾ ਕਿਤ ਤੇ ਗਇਓ, ਨਾ ਭਾਈ ਸਾਡਾ ਤੇ ਕੁਝ ਵੀ ਨਹੀਂ ਗਿਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਸਾਰਾ ਕੁਝ ਸਾਡੇ ਸੁਭਾਅ ਤੋਂ ਉਲਟ ਚ ਕੁਝ ਗਿਆ ਹੋਵੇ ਤਾਂ ਅਸੀਂ ਪੁਲਿਸ ਕੋ ਜਾਂਦੇ ਆ, ਇਹ ਤਾਂ ਪੁਲਿਸ ਹੀ ਆਈ ਪਈ ਹੈ ਉਹਨਾਂ ਕੋ। ਵੱਡਾ ਕਮਿਸ਼ਨਰ ਕਹਿ ਲਓ ਵੀ ਬਾਬਾ ਜੀ ਦੇ ਕੋਲ ਆਇਆ, ਪਰ ਬਾਬਾ ਜੀ ਕਹਿੰਦੇ ਨਾ ਨਾ ਭਾਈ ਸਾਡਾ ਤੇ ਗਿਆ ਹੀ ਕੁਛ ਨਹੀਂ ਇੱਥੋਂ। ਹਾਂਜੀ, ਤੁਮ ਕੈਸੇ ਬੂਝਤ ਕਿਆ ਥਇਓ, ਤੇ ਤੂੰ ਕੀ ਪੁੱਛ ਰਿਹਾ, ਸਾਡਾ ਤੇ ਕੁਝ ਨਹੀਂ ਗਿਆ। ਅਸਲ ਵਿੱਚ ਸੰਗਤ ਜੀ ਬਾਬਾ ਜੀ ਦੇ ਬਚਨ ਸੱਚੇ ਨੇ, ਸਾਡਾ ਹੈ ਹੀ ਕੁਛ ਨਹੀਂ ਹੈ। ਆ ਮਾਈਕ ਸਾਡਾ, ਮਾਫ ਕਰਿਓ, ਤਨ ਤੇ ਪਾਏ ਹੋਏ ਕੱਪੜੇ ਵੀ ਨਹੀਂ ਸਾਡੇ ਜੀ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਇਹ ਵੀ ਨਹੀਂ ਆਪਣੇ, ਇਹ ਤਾਂ ਝੂਠੇ ਦਾਅਵੇ ਹੈ ਨਾ। ਤੇ ਬਾਬਾ ਜੀ ਕਹਿਣ ਲੱਗੇ ਭਾਈ ਸਾਡਾ ਤੇ ਕੁਝ ਵੀ ਨਹੀਂ ਗਿਆ। ਹਾਂਜੀ, ਗਿਆਨ ਅਰੂੜ ਬ੍ਰਿਤ ਕੋ ਜਾਨ, ਪੁਨ ਬੋਲਿਓ ਲਵਪੁਰ ਪਤ ਖਾਨ, ਸੂਬੇਦਾਰ ਨੇ ਵੇਖਿਆ ਵੀ ਇਹ ਗਿਆਨ ਦੀ ਅਵਸਥਾ 'ਚ ਬੋਲ ਰਹੇ ਆ, ਪਰ ਉਹਨੇ ਫਿਰ ਬੇਨਤੀ ਕੀਤੀ, ਤੁਰਕ ਸੈਨ ਜਬ ਚੜ ਕਰ ਆਈ, ਨਹੀਂ ਬਾਬਾ ਜੀ ਜਦੋਂ ਤੁਰਕਾਂ ਦੀ ਫੌਜ ਚੜ ਕੇ ਆਈ ਸੀ, ਹਾਂਜੀ, ਵਸਤ ਤੁਮਾਰ ਲੁਟੀ ਸਮੁਦਾਈ, ਤੇ ਤੁਹਾਡੀਆਂ ਵਸਤੂਆਂ ਲੁੱਟ ਕੇ ਲੈ ਗਏ, ਬੜੀਆਂ ਵਸਤੂਆਂ ਸਥਾਨ ਦੀਆਂ ਚੁੱਕ ਕੇ ਲੈ ਗਏ। ਹਾਂਜੀ, ਸੋ ਸਗਰੀ ਮੁਝ ਦੇਹੋ ਬਤਾਏ, ਉਹ ਦੱਸੋ, ਉਹ ਚੀਜ਼ਾਂ ਬਾਰੇ ਮੈਨੂੰ ਦੱਸੋ। ਤਿਨ ਤੇ ਲੈ ਦੇਵੋਂ ਪਹੁੰਚਾਏ, ਮੈਂ ਉਹ ਛੇਤੀ ਉਹਨਾਂ ਕੋਲੋਂ ਲੈ ਕੇ ਤੁਹਾਡੇ ਅਸਥਾਨ ਤੇ ਵਾਪਸ ਪਹੁੰਚਾ ਦੇਵਾਂਗਾ। ਰਾਵਰ ਮਹਿਮਾ ਤੇ ਅਨਜਾਨ, ਅਸਲ ਵਿੱਚ ਮੇਰੇ ਸੈਨਿਕ ਤੁਹਾਡੀ ਮਹਿਮਾ ਤੋਂ ਅਣਜਾਣ ਹਨ, ਉਹਨਾਂ ਨੂੰ ਪਤਾ ਨਹੀਂ ਹੈ ਤੁਸੀਂ ਕੀ ਹੋ। ਹਾਂਜੀ, ਕਰੀ ਅਵਗਿਆ ਮੂੜ ਮਹਾਨ, ਤੇ ਉਹਨਾਂ ਮੂਰਖਾਂ ਨੇ ਤੁਹਾਡੇ ਅਸਥਾਨ ਦੀ ਤੇ ਤੁਹਾਡੀ ਬੇਅਦਬੀ ਕੀਤੀ ਹੈ, ਤੁਹਾਡੇ ਅਸਥਾਨ ਤੋਂ ਵਸਤੂਆਂ ਚੁੱਕ ਕੇ ਲੈ ਗਏ। ਹਾਂਜੀ, ਪਨਤ ਖਾਨ ਕੇ ਇਸ ਬਿਦ ਬੈਨ, ਜਦੋਂ ਸੂਬੇਦਾਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਬਾਜਨ ਕੀ ਦਿਸ ਥੇ ਤਬ ਨੈਨ, ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਾਬਾ ਜੀ ਦੇ ਕਮਰੇ 'ਚ ਨਾ ਬਾਜ ਸਨ ਜੀ, ਬਾਜ ਦਾ ਸ਼ੁਰੂ ਘਰ ਵਿੱਚ ਗੁਰੂ ਘਰ, ਸ਼ੁਰੂ ਤੋਂ ਗੁਰੂ ਘਰ ਨਾਲ ਸੰਬੰਧ ਰਿਹਾ। ਬਾਜ ਸਨ ਸਾਹਮਣੇ, ਬਾਜ ਰਹਿੰਦੇ ਸਨ, ਤੇ ਬਾਬਾ ਜੀ ਨੇ ਉਹ ਸਾਹਮਣੇ ਥਾਂ ਵੇਖੀ, ਤਿੰਨ ਕਹੋ ਦੇਖਤ ਬਾਕ ਬਖਾਨਾ, ਤੇ ਉਹ ਥਾਂ ਵੱਲ ਵੇਖ ਕੇ ਬਚਨ ਕੀਤਾ, ਹਮਰੇ ਬਾਜ ਹੋਤੇ ਇਸ ਥਾਨਾ, ਕਹਿੰਦੇ ਭਾਈ ਸਾਡੇ ਇਸ ਸਥਾਨ ਤੇ ਸਾਹਮਣੇ ਉੱਥੇ ਬਾਜ ਰਹਿੰਦੇ ਸੀਗੇ, ਬਾਜ ਰਹਿੰਦੇ ਸਨ। ਹਾਂਜੀ, ਲੈ ਗਮਨਤ ਨਿਤ ਬ੍ਰਿਤ ਅਖੇਰੀ, ਕਦੀ ਕਦੀ ਸ਼ਿਕਾਰ ਤੇ ਜਾਂਦੇ ਸਾਂ ਅਸੀਂ ਆਪਣੀ ਮੌਜ ਨਾਲ, ਤੇ ਉਹਨਾਂ ਬਾਜਾਂ ਨੂੰ ਨਾਲ ਲੈ ਕੇ ਜਾਂਦੇ ਸਾਂ। ਇਨਕੀ ਰੇਸ਼ਮ ਡੋਰ ਲਮੇਰੀ, ਤੇ ਇਹਨਾਂ ਦੀਆਂ ਰੇਸ਼ਮ ਦੀਆਂ ਡੋਰਾਂ ਲੰਮੀਆਂ ਲੰਮੀਆਂ ਸਨ, ਉਹ ਜਿਨ੍ਹਾਂ ਦੇ ਵਿੱਚ ਪਿੰਜਰਿਆਂ 'ਚ ਬਾਜ ਰਹਿੰਦੇ ਸਨ। ਹਾਂਜੀ, ਆਡੇ ਇਨ ਬੈਠਨ ਕੇ ਜੋਏ, ਆਡੇ ਭਾਵ ਜਿਨ੍ਹਾਂ ਅੱਡਿਆਂ ਤੇ ਉਹ ਬਾਜ ਬੈਠਦੇ ਸਨ, ਰੇਸ਼ਮ ਦੀਆਂ ਡੋਰਾਂ ਲੱਗੀਆਂ ਸਨ ਉਹਨਾਂ ਨੂੰ। ਹਾਂਜੀ, ਸੋ ਲੁੱਟ ਗਏ ਨਾ ਦਿਖਿਅਤ ਕੋਏ, ਉਹ ਨਹੀਂ ਵੇਖਦੇ ਕਿਤੇ, ਉਹ ਤੇ ਨਹੀਂ ਲੁੱਟ ਕੇ ਲੈ ਗਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖ ਲੋ ਹਜ਼ਾਰਾਂ ਦਾ ਧਨ ਗਿਆ, ਗਹਿਣੇ ਗਏ, ਪਤੀਲੇ ਗਏ, ਭਾਂਡੇ ਗਏ, ਕਈ ਕੁਝ ਗਿਆ, ਹਾਥੀ ਘੋੜੇ ਮੱਝਾਂ ਗਾਵਾਂ ਲੈ ਗਏ, ਪਰ ਬਾਬਾ ਜੀ ਦਾ ਧਿਆਨ ਹੀ ਨਹੀਂ, ਬਸ ਸਾਹਮਣੇ ਬਾਜਾਂ ਦਾ ਧਿਆਨ ਵੀ ਉਹਨਾਂ ਦੇ ਅੱਡੇ ਨਾ ਲੈ ਗਏ ਹੁਣ ਜੀ। ਹਾਂਜੀ, ਆਡੇ ਡੋਰਾਂ ਦੇਹੋ ਮੰਗਾਏ, ਉਹ ਅੱਡੇ ਤੇ ਉਹ ਡੋਰਾਂ ਉਹ ਮੰਗਵਾ ਦਿਓ, ਜੇ ਤੁਮਰੇ ਕਬਹਿ ਮਹਿ ਆਏ, ਜੇ ਤੁਮਰੇ ਕਹਿਬੇ ਮਹਿ ਆਏ, ਜੇ ਤੁਹਾਡੇ ਕਹਿਣ ਤੇ ਉਹ ਡੋਰਾਂ ਅੱਡੇ ਵਾਪਸ ਆ ਸਕਦੇ ਆ ਤੇ ਉਹ ਸਾਨੂੰ ਵਾਪਸ ਮੰਗਾ ਦਿਓ। ਹਾਂਜੀ, ਸੁਨਤ ਖਾਨ ਬਿਗਸਿਓ ਬਿਸਮਾਇਓ, ਵਾਹ ਵਾਹ, ਸੂਬੇਦਾਰ ਬੜਾ ਖੁਸ਼ ਹੋਇਆ ਜੀ। ਹਾਂਜੀ,
ਦੇਖੋ ਕਸ ਮਨ ਕਛ ਨਹਿ ਲਿਆਇਓ। ਦੇਖੋ ਕਸ ਮਨ ਕੁਛ ਨਹਿ ਲਿਆਇਓ। ਕਹਿਣ ਲੱਗਾ ਵੇਖੋ ਕਮਾਲ ਦੀ ਗੱਲ ਹੈ, ਇਹ ਆਪਣੇ ਮਨ 'ਚ ਕੁਝ ਲੈ ਕੇ ਹੀ ਨਹੀਂ ਆ ਰਹੇ। ਇੰਨੀ ਵੱਡੀ ਲੁੱਟ ਹੋ ਗਈ ਹੋਵੇ, ਇੰਨਾ ਸਮਾਨ ਚੁੱਕਿਆ ਗਿਆ ਹੋਵੇ, ਇਹ ਧਿਆਨ ਹੀ ਨਹੀਂ ਦੇ ਰਹੇ ਇਸ ਪਾਸੇ। ਬਿਰਤੀ ਸਾਧ ਸੰਗਤ ਜੀ, ਬਾਬਾ ਰਾਮ ਕੋਇਰ ਜੀ ਤੇ ਵੱਡੇ ਨੇ। ਮੈਂ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਦਾ ਬਚਨ ਆਪ ਜੀ ਨੂੰ ਸੁਣਾਤੇ ਹਾਂ। ਉਹਨਾਂ ਦੇ ਅਸਥਾਨ ਤੇ ਚੋਰ ਆਏ ਜੀ, ਤੇ ਸਾਧ ਸੰਗਤ ਗਾਵਾਂ ਚੋਰੀ ਕਰਕੇ ਲੈ ਗਏ ਤੇ ਵੱਛੇ ਰਹਿ ਗਏ ਉੱਥੇ। ਜਦੋਂ ਉਹ ਭਜਨ ਕਰਕੇ ਬਾਹਰ ਆਏ ਤੇ ਬਾਹਰ ਵੱਛਿਆਂ ਨੂੰ ਵੇਖਿਆ ਤੇ ਪਤਾ ਸੀ ਵੀ ਚੋਰ ਚੋਰੀ ਕਰਕੇ ਲੈ ਗਏ ਆ, ਗਾਵਾਂ ਚੋਰੀ ਕਰਕੇ ਲੈ ਗਏ, ਤੇ ਵੱਛੇ ਵਿਆਕੁਲ ਸਨ। ਤੇ ਪਤਾ ਕੀ ਕੀਤਾ ਜੀ, ਵੱਛੇ ਖੋਲੇ, ਸੇਵਕਾਂ ਨੂੰ ਨਾਲ ਲਿਆ, ਤੇ ਜਿੱਥੇ ਇੱਕ ਜਾ ਕੇ ਚੋਰ ਬੈਠੇ ਸਨ ਤੇ ਗਾਵਾਂ ਬੰਨੀਆਂ ਸਨ ਨਾ, ਸੰਗਤ ਜੀ ਉੱਥੇ ਜਾ ਕੇ ਚੋਰਾਂ ਨੂੰ ਹੱਥ ਜੋੜ ਕੇ ਕਹਿਣ ਲੱਗੇ, ਜਿੱਥੇ ਗਾਵਾਂ ਲੈ ਕੇ ਆਏ ਨਾਲ ਵੱਛੇ ਵੀ ਲਓ ਉਹਨਾਂ ਦੇ। ਇਹ ਆਪਣੀਆਂ ਮਾਵਾਂ ਤੋਂ ਬਗੈਰ ਤੰਗ ਹੋ ਜਾਣਗੇ। ਤੇ ਉਹ ਸਨ ਕਮਾਈ ਵਾਲੇ ਜੀ। ਜਦੋਂ ਚੋਰਾਂ ਨੇ ਗੱਲ ਸੁਣੀ ਨਾ, ਉਹ ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ ਤੁਸੀਂ ਇੱਥੇ ਆ ਗਏ ਹੋ? ਤੇ ਸੇਵਾਦਾਰ ਕਹਿੰਦੇ ਜੀ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ। ਤੇ ਪਿਆਰਿਓ, ਚੋਰ ਇੱਕ ਸਿੱਖ ਦਾ ਜੀਵਨ ਵੇਖ ਕੇ ਚਰਨਾਂ ਤੇ ਡਿੱਗ ਪਏ। ਕਹਿਣ ਲੱਗੇ ਕੱਲੀਆਂ ਗਾਵਾਂ ਹੀ ਨਹੀਂ ਹੁਣ ਜਾਣਗੀਆਂ ਤੁਹਾਡੇ ਡੇਰੇ 'ਚ, ਅਸੀਂ ਵੀ ਨਾਲ ਹੀ ਤੁਹਾਡੇ ਡੇਰੇ 'ਚ ਜਾਣਾ। ਅੱਜ ਤੋਂ ਚੋਰੀ ਬੰਦ ਤੇ ਸੰਗਤ ਕਰਨੀ ਸ਼ੁਰੂ ਕਰ ਦੇਣੀ। ਸਿੱਖਾਂ ਦੇ ਜੀਵਨ ਇੰਨੇ ਮਹਾਨ ਨੇ, ਸਿੱਖਾਂ ਦੇ ਜੀ। ਤੇ ਬਾਬਾ ਰਾਮ ਕੋਇਰ ਜੀ ਤੇ ਬਾਬਾ ਬੁੱਢਾ ਜੀ ਦੀ ਕੁੱਲ 10ਵੇਂ ਪਾਤਸ਼ਾਹ ਜੀ ਦੇ ਸਾਥੀ। ਸੂਬੇਦਾਰ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੇਖੋ ਆਪਣੇ ਮਨ 'ਚ ਕੁਝ ਲੈ ਕੇ ਹੀ ਨਹੀਂ ਆਉਂਦੇ। ਹਾਂਜੀ, ਲੱਖੋਂ ਕਾ ਧਨ ਘਰ ਤੇ ਗਇਓ। ਲੱਖਾਂ ਦਾ ਧਨ ਘਰੋਂ ਗਿਆ ਹੋਵੇ ਜੀ, ਉਹ ਵੀ ਉਸ ਜ਼ਮਾਨੇ ਵਿੱਚ। ਹਾਂਜੀ, ਹਿਰਦੇ ਬੇਕਾਰ ਨਾ ਤਿਸ ਤੇ ਭਇਓ। ਤੇ ਇਹ ਆਪਣੇ ਮਨ 'ਚ ਕੋਈ ਗੱਲ ਹੀ ਨਾ ਲੈ ਕੇ ਆਉਣ, ਕੋਈ ਅਸਰ ਹੀ ਨਹੀਂ ਇਹਨਾਂ ਦੇ ਮਨ ਤੇ। ਹਾਂਜੀ, ਦ੍ਰਿਸ਼ਟ ਅਗਾਰੀ ਜੋ ਨਹਿ ਪਾਈ। ਬਸ ਉਹ ਗੱਲ ਕੀਤੀ ਜਿਹੜੀ ਸਾਹਮਣੇ ਨਹੀਂ ਹੈਗੀ, ਉਹ ਗੱਲ, ਉਹ ਵਸਤੂ ਦੱਸੀ ਜਿਹੜੀ ਸਾਹਮਣੇ ਨਹੀਂ ਹੈਗੀ, ਬਾਕੀ ਕਿਸੇ ਵੱਲ ਧਿਆਨ ਨਹੀਂ ਜੀ। ਹਾਂਜੀ, ਸੋ ਲੁੱਟ ਗਈ ਹਿਰਦੇ ਇਮ ਆਈ। ਬਸ ਇਹਨਾਂ ਨੂੰ ਉਹਦਾ ਹੀ ਪਤਾ ਵੀ ਉਹੀ ਲੁੱਟੀ ਗਈ ਹੈ, ਬਾਕੀ ਕਿਸੇ ਚੀਜ਼ ਨੂੰ ਧਿਆਨ 'ਚ ਲੈ ਕੇ ਹੀ ਨਹੀਂ ਆ ਰਹੇ। ਹਾਂਜੀ, ਅਪਰ ਵਸਤ ਕੀ ਸੁਧ ਨਹੀਂ ਜਾਣੀ। ਬਾਕੀ ਹੋਰ ਕਿਸੇ ਗੱਲ ਵੱਲ ਧਿਆਨ ਨਹੀਂ, ਵਸਤੂ ਵੱਲ ਇਹਨਾਂ ਦਾ। ਹਾਂਜੀ, ਬ੍ਰਿਤ ਸਮਾਨ ਮਹਿਦ ਬ੍ਰਹਮ ਗਿਆਨੀ। ਅਸਲ ਵਿੱਚ ਬ੍ਰਹਮ ਗਿਆਨੀਆਂ ਵਾਂਗ ਇਹਨਾਂ ਦੀ ਬਿਰਤੀ ਵੀ ਸਮਾਨ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬ੍ਰਹਮ ਗਿਆਨੀ ਬੜੀ ਵੱਡੀ ਅਵਸਥਾ ਹੈ, ਬ੍ਰਹਮ ਗਿਆਨ ਦੀ ਅਵਸਥਾ। ਕੋਈ ਥੋੜਾ ਨਾਮ ਜਪੇ ਪਿਆਰਿਓ ਤਾਂ ਵੀ ਸਮਦ੍ਰਿਸ਼ਟਤਾ ਆਉਣ ਲੱਗ ਪੈਂਦੀ, ਤੇ ਬ੍ਰਹਮ ਗਿਆਨੀ ਤੇ ਆਪ ਹੀ ਪਰਮੇਸ਼ਰ ਹੋਇਆ ਹੁੰਦਾ ਜੀ। ਕਿਸੇ ਗੁਰਮੁਖ ਦੇ ਕੋਲ ਨਾ, ਇੱਕ ਸਿੱਖ ਕੋਲ 2 ਬੰਦੇ ਰਹਿੰਦੇ ਸੀਗੇ, ਤੇ ਦੋਵੇਂ, ਇੱਕ ਨੇ ਦੂਜੇ ਨਾਲ ਵਧੀਕੀ ਕੀਤੀ ਤੇ ਉਹਨੇ ਉਹਨੂੰ ਸ਼ਿਕਾਇਤ ਲਾਈ ਵੀ ਇਹਨੇ ਮੇਰੇ ਨਾਲ ਵਧੀਕੀ ਕੀਤੀ ਹੈ। ਤੇ ਕਹਿੰਦੇ ਭਾਈ ਗੁਰਮੁਖਾ ਤੂੰ ਕਿਉਂ ਦੱਸਿਆ? ਹੁਣ ਮੈਂ ਉਹਨੂੰ ਆਖਾਂਗਾ ਤੇ ਤੁਸੀਂ ਦੋਵੇਂ ਹੀ ਨਾਮ, ਦੋਵਾਂ ਨੂੰ ਬਿਠਾਇਆ ਵੀ ਨਾਮ ਜਪੋ, ਇਹਨਾਂ ਗੱਲਾਂ 'ਚ ਰੱਖਿਆ ਕੱਖ ਨਹੀਂ। ਅਵਸਥਾ ਉੱਪਰ ਜਾਣ ਲੱਗ ਪੈਂਦੀ ਹੈ। ਤੇ ਬ੍ਰਹਮ ਗਿਆਨੀ ਦੀ ਬਿਰਤੀ ਤਾਂ ਫਿਰ ਬਹੁਤ ਵੱਡੀ। ਸੂਬੇਦਾਰ ਨੇ ਬ੍ਰਹਮ ਗਿਆਨੀ ਬਾਰੇ ਸੁਣਿਆ ਹੀ ਸੀ, ਸੂਬੇਦਾਰ ਨੂੰ ਦਰਸ਼ਨ ਹੋ ਗਏ ਬ੍ਰਹਮ ਗਿਆਨੀ ਦੇ ਜੀ। ਹਾਂਜੀ, ਮਹਿਮਾ ਮਹਾ ਜਾਣ ਕਰ ਖਾਨ। ਉਹਨੇ ਵੱਡੀ ਮਹਿਮਾ ਜਾਣ ਕੇ ਬੰਦ ਪਾਨ ਜੁਗ ਕਰਤ ਬਖਾਨ। ਤੇ ਪਠਾਨ ਨੇ ਦੋਵੇਂ ਹੱਥ ਜੋੜ ਲਏ। ਕਿਰਪਾ ਠਾਨ ਮੁਝ ਸਾਥ ਚਲੀਜੈ। ਕਹਿੰਦਾ ਵਾਹ ਵਾਹ, ਕਹਿੰਦਾ ਕਿਰਪਾ ਕਰੋ ਤੇ ਮੇਰੇ ਨਾਲ ਚੱਲੋ। ਲਵਪੁਰ ਕੇਤਕ ਦਿਵਸ ਬਸੀਜੈ। ਲਾਹੌਰ ਵਿੱਚ ਚਰਨ ਪਾਓ ਤੇ ਮੇਰੇ ਘਰ ਰਹੋ, ਕੁਝ ਦਿਨ ਮੇਰੇ ਘਰ ਵਿੱਚ ਰਹੋ, ਮੈਂ ਤੁਹਾਡੀ ਸੇਵਾ ਕਰਨੀ ਹੈ। ਜਬ ਇੱਛਾ ਪੁਨ ਹੋਏ ਹਟ ਆਵੋ। ਜਦੋਂ ਤੁਹਾਡੀ ਇੱਛਾ ਹੋਏਗੀ ਉਦੋਂ ਬਾਬਾ ਜੀ ਵਾਪਸ ਆ ਜਿਓ। ਹਾਂਜੀ, ਕਦਮ ਆਪਨੇ ਮੁਝ ਘਰ ਪਾਵੋ। ਕਿਰਪਾ ਕਰੋ
ਆਪਣੇ ਚਰਨ ਮੇਰੇ ਘਰ ਵਿੱਚ ਪਾਵੋ। ਇਤਿਆਦਿਕ ਬਹੁ ਬਿਨੇ ਉਚਾਰ। ਤੇ ਇੱਕ ਵਾਰੀ ਨਹੀਂ ਕਿਹਾ, ਕਈ ਵਾਰੀ ਉਹਨੇ ਕਿਹਾ ਜੀ ਵੀ ਕਿਰਪਾ ਕਰੋ ਮੇਰੇ ਘਰ ਚੱਲੋ, ਚਰਨ ਪਾਵੋ। ਲੈ ਸੰਗ ਚੱਲਿਓ ਹੋਏ ਅਸਵਾਰ। ਤੇ ਪਿਆਰਿਓ ਬਾਬਾ ਜੀ ਫਿਰ ਉਹਦੀ ਬੇਨਤੀ ਪ੍ਰਵਾਨ ਕਰ ਲਈ ਜੀ। ਕਹਿੰਦੇ ਕੋਈ ਨਹੀਂ ਚੱਲਦੇ ਆ। ਨਾਲੇ ਉਸ ਪਠਾਨ ਨੂੰ ਸੀ ਵੀ ਲਾਹੌਰ ਵਿੱਚ ਵਸਤੂਆਂ ਹੋਣੀਆਂ, ਸੇਵਕ ਦੱਸ ਦੇਣਗੇ ਵੀ ਇਹ ਵਸਤੂ ਸਾਡੀ ਹੈ। ਤੇ ਉਹ ਹੁਣ ਲਾਹੌਰ ਕਿਵੇਂ ਜਾਂਦੇ ਆ ਤੇ ਲਾਹੌਰ ਜਾ ਕੇ ਕੀ ਕਰਦੇ ਆ, ਇਹ ਆਪਾਂ ਅਗਲੇ ਪ੍ਰਸੰਗ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਨਾਮ ਦਾ ਹੀ ਪ੍ਰਤਾਪ ਹੈ। ਨਾਮ ਦੀਆਂ ਬਖਸ਼ਿਸ਼ਾਂ 'ਚ ਬ੍ਰਹਮ ਗਿਆਨੀ ਕਾ ਇੱਕ ਰੰਗ, ਇੱਕ ਰੰਗ ਵਿੱਚ ਨੇ ਬਾਬਾ ਜੀ। ਸੋ ਮਹਾਰਾਜ ਐਸੇ ਨਾਮ ਨੂੰ ਜਪਣ ਦਾ ਸਾਨੂੰ ਬਲ ਬਖਸ਼ਣ। ਅਸੀਂ ਵੀ ਨਾਮ ਜਪਿਆ ਕਰੀਏ। ਆਓ ਪ੍ਰੇਮ ਨਾਲ 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਦਾਸ ਖਿਮਾ ਮੰਗੇਗਾ। ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, 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 ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਨਾਮ ਜਪਣ ਦਾ ਬਲ ਬਖਸ਼ਣ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।